ਸੁਰਜੀਤ ਪਾਤਰ ਲਿਖਦੇ ਨੇ, ਉਦਾਸ ਦੋਸਤੋ ਆਵੋ ਕਿ ਮਿਲ ਕੇ ਖੁਸ਼ ਹੋਈਏ, ਮਿਲੇ ਬਗੈਰ ਉਦਾਸੀ ਦਾ ਕੋਈ ਚਾਰਾ ਨਹੀਂ। ਭਟਕਦੇ ਅੱਖਰੋ ਆਵੋ ਕਿ ਮਿਲ ਕੇ ਲਫ਼ਜ਼ ਬਣੋ, ਤੇ ਲਫ਼ਜ਼ੋਂ ਵਾਕ ਬਣੋ, ਵਾਕ ਬਿਨ ਗੁਜ਼ਾਰਾ ਨਹੀਂ। ਪੈਰ ਜ਼ਮੀਨ ਤੇ ਇਉਂ ਧਰ ਜਿਵੇਂ ਇੱਕ ਫੁੱਲ ਧਰੀਏ, ਕਿ ਇਹਨਾਂ ਰਾਹਾਂ ਤੋਂ ਮੁੜ ਲੰਘਣਾ ਦੁਬਾਰਾ ਨਹੀਂ, ਇਹਨਾਂ ਰਾਹਾਂ ਤੋਂ ਮੁੜ ਲੰਘਣਾ ਦੁਬਾਰਾ ਨਹੀਂ। ਸਤਿ ਸ਼੍ਰੀ ਅਕਾਲ, ਮੈਂ ਜਸ਼ਨਪ੍ਰੀਤ ਆਜ਼ਾਦ ਟੀਵੀ ਦੇ ਪ੍ਰੋਗਰਾਮ ਰਮਜ ਪੰਜਾਬ ਸਮਝ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਪੰਜਾਬ ਅੱਜ ਬਹੁਤ ਸਾਰੀਆਂ ਉਦਾਸੀਆਂ ਚੋਂ ਗੁਜ਼ਰ ਰਿਹਾ। ਉਦਾਸੀਆਂ ਦਾ ਅਰਥ ਅਸੀਂ ਇੱਥੇ ਮਾਯੂਸੀ ਵੀ ਲੈ ਸਕਦੇ ਹਾਂ, ਪਰ ਨਾਲ ਹੀ ਨਾਲ ਸਫ਼ਰ ਵੀ ਲੈ ਸਕਦੇ ਹਾਂ। ਪੰਜਾਬ ਕਿਹੜੇ-ਕਿਹੜੇ ਸਫ਼ਰਾਂ ਤੇ ਹੈ ਜਾਂ ਉਹਨੂੰ ਕਦੋਂ-ਕਦੋਂ ਤੋੜ ਦਿੱਤਾ ਗਿਆ, ਇਹਨਾਂ ਸਾਰਿਆਂ ਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ। ਤੇ ਪਿਛਲੀ ਵਾਰ ਵਾਂਗ ਇਸ ਬੈਠਕ ਵੀ ਕਿਤਾਬ ਦੀ ਪੜ੍ਹਤ ਵਿੱਚੋਂ ਨਿਕਲੀ ਹੈ ਤੇ ਕਿਤਾਬ ਦੇ ਲੇਖਕ ਅਮਨਦੀਪ ਸੰਧੂ ਜੀ ਸਾਡੇ ਨਾਲ ਨੇ। ਕਿਤਾਬ ਦਾ ਨਾਮ ਹੈ ਪੰਜਾਬ ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ। ਸਵਾਗਤ ਕਰਦੇ ਹਾਂ ਜੀ ਤੁਹਾਡਾ। ਮਿਹਰਬਾਨੀ ਜੀ, ਬਹੁਤ ਬਹੁਤ। ਅਮਨਦੀਪ ਸੰਧੂ ਜੀ ਬਾਰੇ ਤਾਰਫ ਕਰਾਉਂਦਿਆਂ ਮੈਂ ਇਹ ਗੱਲ ਦੱਸ ਦਿਆਂ ਕਿ ਅਮਨਦੀਪ ਸੰਧੂ ਜੀ ਦਾ ਜਨਮ ਰੁੜਕੇਲਾ ਉੜੀਸਾ ਦੇ ਵਿੱਚ ਹੋਇਆ। ਕੁਝ ਸਮਾਂ ਪੰਜਾਬ ਦੇ ਵਿੱਚ ਰਹੇ, ਪ੍ਰਵਾਨ ਚੜ੍ਹੇ ਤੇ ਹੁਣ ਉਹ ਬੰਗਲੌਰ ਵਿੱਚ ਵਸਦੇ ਪੰਜਾਬੀ ਨੇ। ਦਾ ਵਾਇਰ ਤੇ ਹਿੰਦੁਸਤਾਨ ਟਾਈਮਜ਼ ਦੇ ਨਾਲ ਬਤੌਰ ਪੱਤਰਕਾਰ ਉਹ ਕੰਮ ਕਰਦੇ ਰਹੇ ਨੇ। ਉਹਨਾਂ ਦੇ 2 ਆਟੋਬਾਇਓਗ੍ਰਾਫਿਕਲ ਨਾਵਲ ਸੇਪੀਆ ਲੀਵਸ 2009 ਤੇ ਉਸ ਤੋਂ ਬਾਅਦ ਰੋਲ ਆਫ ਆਨਰ ਸਾਡੇ ਕੋਲ ਆਉਂਦਾ ਹੈ, ਜਿਹੜਾ ਪੰਜਾਬੀ ਦੇ ਵਿੱਚ ਦਿਲਜੀਤ ਅਮੀ ਜੀ ਵੱਲੋਂ ਅਨੁਵਾਦ ਕੀਤਾ ਜਾਂਦਾ ਹੈ ਗਵਾਹ ਦੇ ਫਨਾ ਹੋਣ ਤੋਂ ਪਹਿਲਾਂ। ਉਸ ਤੋਂ ਬਾਅਦ ਇਹ ਜਿਹੜੀ ਕਿਤਾਬ ਆਉਂਦੀ ਹੈ ਪੰਜਾਬ ਜਰਨੀ ਥਰੂ ਫਾਲਟ ਲਾਈਨਸ, ਜਿਹਦਾ ਪੰਜਾਬੀ ਅਨੁਵਾਦ ਦਿੱਲੀ ਦੇ ਪ੍ਰੋਫੈਸਰ ਸਾਹਿਬਾਨ ਯਾਦਵਿੰਦਰ ਸਿੰਘ ਜੀ ਤੇ ਮੰਗਤ ਰਾਮ ਜੀ ਦੇ ਵੱਲੋਂ ਸਾਡੇ ਤੱਕ ਪਹੁੰਚਦਾ ਹੈ 2022 ਜਨਵਰੀ ਦੇ ਵਿੱਚ। ਇਸੇ ਕਿਤਾਬ ਦੀ ਬਾਬਤ ਅੱਜ ਅਸੀਂ ਗੱਲ ਕਰਾਂਗੇ। ਨਾਲ ਹੀ ਮੈਂ ਇਹ ਵੀ ਦੱਸ ਦਿਆਂ ਕਿ ਆਉਂਦੇ ਸਮੇਂ ਦੇ ਵਿੱਚ ਅਮਨਦੀਪ ਸੰਧੂ ਜੀ ਹੋਮੀ ਬਾਬਾ ਫੈਲੋਸ਼ਿਪ ਦੇ ਅਧੀਨ ਪੰਜਾਬ ਤੋਂ ਬਾਹਰ ਰਹਿ ਰਹੇ ਸਿੱਖ ਸਮਾਜ ਦੇ ਬਾਰੇ ਜਿਹੜੀ ਆਪਣੀ ਸਟੱਡੀ ਕਰ ਰਹੇ ਨੇ ਤੇ ਲਾਕਡਾਊਨ ਦੇ ਵਿੱਚ ਮਾਨਸਿਕ ਸਿਹਤ ਦੀ ਉੱਤੇ ਚਰਚਾ ਛੇੜੀ ਸੀ ਇਹਨਾਂ ਦੀ ਜਿਹੜੀ ਲਿਖਤ ਬ੍ਰੈਵੈਡੋ ਟੂ ਫੀਅਰ ਟੂ ਅਬੈਂਡਨਮੈਂਟ ਨੇ। ਤੇ ਪੰਜਾਬ ਜਰਨੀ ਥਰੂ ਫਾਲਟ ਲਾਈਨਸ ਦਾ ਜਿਹੜਾ ਪੰਜਾਬੀ ਅਨੁਵਾਦ ਹੁਣੇ ਮੈਂ ਪੜ੍ਹਿਆ, ਪਹਿਲੀ ਗੱਲ ਜਿਹੜੀ ਇਹਨੂੰ ਪੜ੍ਹਦਿਆਂ ਮੇਰੇ ਜ਼ਿਹਨ ਦੇ ਵਿੱਚ ਆਈ ਕਿ ਇਹ ਪੰਜਾਬੀ ਦੀ ਉਹ ਕਿਤਾਬ ਵੀ ਹੈ ਜਿਹਨੇ ਪੰਜਾਬੀ ਸੁਭਾਅ ਦੀ, ਪੰਜਾਬ ਦੀ ਪ੍ਰਗੀਤਕਤਾ ਨੂੰ ਜਾਂ ਲਿਰਿਕੈਲਿਟੀ ਨੂੰ ਸਮਝ ਲਿਆ ਜਾਂ ਖੂਬ ਪਕੜਿਆ। ਇਹ ਅਸੀਂ ਇਹਦੇ ਸਿਰਲੇਖ ਦੇ ਵਿੱਚ ਵੇਖ ਸਕਦੇ ਹਾਂ, ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਜਾਂ ਜਿਹੜੀ ਸਮਰਪਣ ਦੇ ਵਿੱਚ ਇੱਕ ਗੀਤ ਦੀਆਂ ਲਾਈਨਾਂ ਆਉਂਦੀਆਂ, ਜਿਹੋ ਜੀ ਤੂੰ ਸਮਝੇ ਮਾਈ ਆ ਉਹੇ ਜੀ ਮੈਂ ਨਹੀਂ ਆ। ਤੇ ਜਾਂ ਇਹਦੇ ਜਿਹੜੇ ਚੈਪਟਰਾਈਜੇਸ਼ਨ ਜਿਸ ਤਰ੍ਹਾਂ ਹੋਈ ਆ, ਉਹਦੇ ਵਿੱਚ ਬਿਮਾਰੀ ਨਹੀਂ ਲਿਖਿਆ ਗਿਆ, ਉਹਨੂੰ ਰੋਗ ਆਖਿਆ ਗਿਆ। ਉਹਦੇ ਵਿੱਚ ਕਿਸਾਨੀ ਦਾ ਜਿਹੜਾ ਚੈਪਟਰ ਆ ਉਹਨੂੰ ਖੇਤੀ ਨਹੀਂ ਲਿਖਿਆ ਗਿਆ, ਸਿੱਧਾ ਕਰਜ਼ਾ ਆਖਿਆ ਗਿਆ। ਤਾਂ ਇਸ ਤਰ੍ਹਾਂ ਦੀ ਜਿਹੜੀ ਅਸੀਂ ਦੇਖ ਸਕਦੇ ਹਾਂ ਕਿ ਪ੍ਰੈਜੈਂਟੇਸ਼ਨ ਦੀ ਪੱਧਰ ਤੇ ਪੰਜਾਬੀ ਲਿਰਿਕੈਲਿਟੀ ਨੂੰ ਜਿਹੜਾ ਇਸ ਕਿਤਾਬ ਨੇ ਸਮਝਿਆ। ਤਾਂ ਅਮਨਦੀਪ ਜੀ, ਤੁਸੀਂ ਕਿੰਨਾ ਕੁ ਸੁਚੇਤ ਸੀ ਇਹਦੇ ਅਧਿਆਏ ਦੇ ਨਾਂ ਰੱਖਣੇ, ਜਾਂ ਜਦੋਂ ਤੁਸੀਂ ਡਾਕੂਮੈਂਟੇਸ਼ਨ ਕਰ ਰਹੇ ਸੀ ਉਦੋਂ ਕਿਹੜੀਆਂ ਜਿਹੜੀਆਂ ਗੱਲਾਂ ਤੁਹਾਡੇ ਨਾਲ ਚੱਲ ਰਹੀਆਂ ਸੀ ਇਹਦੀ ਵਿਉਂਤਬੰਦੀ ਨੂੰ ਲੈ ਕੇ? ਮੇਰਾ ਖਿਆਲ ਹੈ ਇਹਦਾ ਮੁੱਖ ਕਾਰਨ ਯਾਦਵਿੰਦਰ ਹੈ ਕਿ ਕਿਤਾਬ ਤੁਹਾਨੂੰ ਲਿਰਿਕਲ ਲੱਗਦੀ ਹੈ ਨਾ, ਉਹਨਾਂ ਨੇ ਟਰਾਂਸਲੇਟ ਕੀਤੀ ਹੈ, ਉਹਨਾਂ ਦੀ ਖੂਬੀ ਹੈ ਇਹ। ਹਾਂ, ਪਰ ਸਟਰਕਚਰਿੰਗ ਤਾਂ ਇਹਦੀ ਪੰਜਾਬੀ ਅੰਗਰੇਜ਼ੀ 'ਚ ਹੀ ਹੋ ਗਈ ਸੀਗੀ। ਤੇ ਪਰ ਇੱਕ ਗੱਲ ਕਹਿਣਾ ਜ਼ਰੂਰੀ ਹੈ ਇੱਥੇ ਕਿ ਮੈਂ ਹੁਣ ਪੰਜਾਬ 'ਚ ਰਹਿੰਦਾ ਨਹੀਂ ਹੈਗਾ, ਮੈਨੂੰ ਪਤਾ ਹੈ ਪੰਜਾਬ ਬਾਰੇ। ਪੰਜਾਬ ਮੇਰੇ ਮੋਢਿਆਂ ਤੇ ਚੜਾ ਰਿਹਾ ਸਾਰੀ ਉਮਰ, ਤਾਈਓ ਮੈਂ ਪੰਜਾਬ ਨੂੰ ਸਮਝਣ ਆਇਆ ਸੀਗਾ। ਜਦੋਂ ਆਇਆ ਸੀਗਾ ਉਦੋਂ ਕਿਤਾਬ ਲਿਖਣ ਦੀ ਵੀ ਕੋਈ ਮਨਸ਼ਾ ਨਹੀਂ ਸੀਗੀ ਮੇਰੀ, ਪਰ ਜਦੋਂ ਮੈਂ ਕੰਮ ਕਰ ਰਿਹਾ ਸੀਗਾ 2015 ਤੋਂ 17 ਦੇ ਵਿਚਕਾਰ ਖਾਸ ਕਰ, ਤੇ ਮੇਰੀ ਆਪਣੀ ਭਾਸ਼ਾ ਜਿਹੜੀ ਉਹ ਹੁਣ ਬਾਹਰ ਰਹਿੰਦਿਆਂ ਲਗਭਗ ਮੇਰੀ ਭਾਸ਼ਾ ਜੇ ਆਪਾਂ ਕਹੀਏ ਤਾਂ ਉਹ ਅੰਗਰੇਜ਼ੀ ਹੋ ਗਈ ਹੈ, ਪਰ ਪੰਜਾਬ 'ਚ ਘੁੰਮਦਿਆਂ ਫਿਰਦਿਆਂ ਮੇਰੀ ਭਾਸ਼ਾ ਪੰਜਾਬੀ ਹੋ ਗਈ ਸੀ। ਤਾਂ ਇਹਦਾ ਪਹਿਲਾ ਟਰਾਂਸਲੇਸ਼ਨ ਕਿਤਾਬ ਦਾ ਉਦੋਂ ਹੋਇਆ ਜਦੋਂ ਮੈਂ ਉਸ ਪੰਜਾਬੀ ਨੂੰ ਅੰਗਰੇਜ਼ੀ 'ਚ ਲਿਖਿਆ, ਤੇ ਹੁਣ ਜਦੋਂ ਯਾਦਵਿੰਦਰ ਨੇ ਉਸ ਨੂੰ ਦੁਬਾਰਾ ਪੰਜਾਬੀ 'ਚ ਲੈ ਆਏ, ਯਾਦਵਿੰਦਰ ਤੇ ਮੰਗਤ ਰਾਮ, ਤਾਂ ਇਹ ਇੱਕ ਤਰੀਕੇ ਨਾਲ ਕਿਤਾਬ ਘਰੇ ਚਲੀ ਗਈ ਆਪਣੇ।
ਜਿੱਥੋਂ ਆਈ, ਜਿੱਥੋਂ ਸ਼ੁਰੂ ਹੋਈ ਸੀ ਉੱਥੇ ਪਹਿਲੇ ਡਬਲ ਟ੍ਰਾਂਸਲੇਸ਼ਨ ਹੋ ਗਈ ਹੈ। ਸਟਰਕਚਰਿੰਗ ਤੇ ਜਿਹੜਾ ਹੈਗਾ ਉਹ ਹੁਣ ਬਹੁਤ, ਜਦੋਂ ਮੈਂ ਸ਼ੁਰੂ ਕੀਤਾ ਸੀਗਾ ਘੁੰਮਣਾ ਫਿਰਨਾ, ਮੈਨੂੰ ਲੱਗਿਆ ਸੀ ਬਹੁਤ ਜ਼ਿਆਦਾ ਕੰਮ ਨਹੀਂ ਹੋਊਗਾ, ਮਤਲਬ ਸਾਲ ਚ ਹੋ ਜਾਊਗਾ ਜੋ ਮੈਨੂੰ ਲੱਗਿਆ ਸੀ। ਪਰ ਜਦੋਂ ਮੈਂ ਆਇਆ ਤੇ ਇੱਕ ਪਰਤ ਤੋਂ ਬਾਅਦ ਦੂਜੀ ਪਰਤ ਖੁੱਲਦੀ ਗਈ, ਸਮਝਣ ਆਉਂਦੀ ਰਹੀ, ਤਾਂ ਉਹ ਟਾਈਮ ਵੀ ਜ਼ਿਆਦਾ ਲੱਗਣ ਲੱਗ ਗਿਆ ਤੇ ਮੈਂ ਵੀ ਬੌਂਦਲਣ ਲੱਗ ਗਿਆ। ਮੈਨੂੰ ਵੀ ਸਮਝ ਨਹੀਂ ਸੀ ਆ ਰਹੀ ਕਿ ਮੈਂ ਕਿਵੇਂ ਸਮਝਾਂ ਇਸ ਨੂੰ। ਤੇ ਉਦੋਂ ਫਿਰ ਜਦੋਂ ਮੈਂ ਨੋਟਸ ਬਣਾ ਰਿਹਾ ਸੀਗਾ, ਜਿਵੇਂ ਆਪਾਂ ਕਈ ਵਾਰੀ ਐਗਜ਼ਾਮ, ਹੁਣ ਤੁਸੀਂ ਸਟੂਡੈਂਟ ਹੋ, ਸ਼ਾਇਦ ਤੁਸੀਂ ਕਰਦੇ ਹੋ, ਸ਼ਾਇਦ ਕੋਈ ਨਾ ਕਰਦਾ ਹੋਵੇ, ਪਰ ਉਹ ਉੱਤੇ ਇੱਕ ਓੰਕਾਰ ਜਾਂ ਓਮ ਜਾਂ 786 ਲਿਖ ਦਿੰਦੇ ਨੇ ਨਾ। ਤੇ ਹੁਣ ਮੈਂ ਲਿਖ ਤਾਂ ਮੈਂ ਅੰਗਰੇਜ਼ੀ ਚ ਰਿਹਾ ਸੀਗਾ, ਪਰ ਮੈਂ ਪੰਜਾਬੀ ਨਾਂ ਰੱਖਦਾ ਸੀਗਾ ਚੈਪਟਰ ਦਾ, ਕਿ ਚਲੋ ਇਹ ਕਰਜ਼ੇ ਦੇ ਉੱਤੇ ਹੈ, ਇਹ ਦਵਾ ਦੇ ਉੱਤੇ ਹੈ, ਦਵਾ ਮਤਲਬ ਨਸ਼ਿਆਂ ਦੇ ਉੱਤੇ ਹੈ, ਇਹ ਬੇਰੁਖੀ ਬਾਰੇ ਹੈ, ਇਹ ਪਾਣੀਆਂ ਦੇ ਮਸਲੇ ਬਾਰੇ ਹੈ। ਤੇ ਉਹ ਮੇਰੀ ਆਪਣੀ ਨੋਟਸ ਬਣਾਉਣ ਦੀ ਪ੍ਰਕਿਰਿਆ ਸੀਗੀ। ਮੇਰੇ ਜਿਹੜੇ ਐਡੀਟਰ ਸੀਗੇ ਕਾਰਤਿਕ ਵੈਂਕਟੇਸ਼, ਉਹ ਹੈ ਤਾਂ ਮਲਿਆਲੀ ਤਮਿਲ ਨੇ, ਪਰ ਉਹ ਰਹੇ ਤੁਹਾਡੇ ਬਠਿੰਡੇ ਨੇ 10 ਸਾਲ, ਉੱਥੇ ਸਕੂਲ ਚਲਾਇਆ ਉਹਨਾਂ ਨੇ। ਉਹਨਾਂ ਦਾ ਵਿਆਹ ਵੀ ਇੱਕ ਸਿੱਖ ਪਰਿਵਾਰ 'ਚ ਹੋਇਆ। ਤੇ ਉਹ ਜਦੋਂ ਉਹਨਾਂ ਦਾ ਤਰੀਕਾ ਕੰਮ ਕਰਨ ਦਾ ਇਹ ਸੀ, ਉਹ ਮੈਨੂੰ ਕਹਿ ਰਹੇ ਸੀ ਤੂੰ ਫਾਈਨਲ ਡਰਾਫਟ ਨਾ ਭੇਜ ਮੈਨੂੰ, ਤੂੰ ਆਪਣੇ ਵਰਕਿੰਗ ਸ਼ੀਟਸ ਹੀ ਭੇਜ ਦੇ, ਤੂੰ ਆਪਣੇ ਨੋਟਸ ਹੀ ਭੇਜ ਦੇ, ਫਿਰ ਆਪਾਂ ਉਸਨੂੰ ਬਣਾ ਲਾਂਗੇ। ਤੇ ਉਹੀ ਗੱਲ ਹੋਈ, ਮੈਂ ਜਦੋਂ ਉਹਨੂੰ ਭੇਜਣ ਲੱਗਿਆ ਤੇ ਉਹ ਕਹਿੰਦਾ ਚੈਪਟਰਾਈਜੇਸ਼ਨ ਤਾਂ ਆਹੀ ਠੀਕ ਹੈ, ਕਹਿੰਦੇ ਕਿ ਆਹੀ ਆਪਾਂ ਰੱਖਾਂਗੇ ਟਾਈਟਲਸ। ਤੇ ਮੈਂ ਬੜਾ ਖੁਸ਼ ਵੀ ਹੋਇਆ ਕਿ ਚਲੋ ਇੱਕ ਪੰਜਾਬੀ ਦਾ ਸ਼ਬਦ ਹੈਡਲਾਈਨ ਰਹੂਗਾ ਇੱਕ ਚੈਪਟਰ ਦਾ। ਖੈਰ ਚਲੋ, ਮੇਰੇ ਪ੍ਰਪੋਜ਼ਲ ਜਾਂ ਮੇਰੇ ਆਈਡੀਆ ਤੋਂ ਅਸੀਂ 3 ਚੈਪਟਰਸ ਨਵੇਂ ਐਡ ਕੀਤੇ, ਪਰ ਕਾਰਤਿਕ ਨੇ 80,000 ਵਰਡ ਕੱਟ ਵੀ ਦਿੱਤੇ। ਹਜੇ ਵੀ ਕਿਤਾਬ ਇੰਨੀ ਮੋਟੀ ਹੈ, ਸੋਚੋ ਹੋਰ ਮੋਟੀ ਹੁੰਦੀ। ਪਰ ਜੋ ਮੈਨੂੰ ਸਮਝ ਆਇਆ ਉਹ ਇਹ ਹੈਗਾ ਕਿ ਪੰਜਾਬ ਨੂੰ ਸਮਝਣਾ, ਜੋ ਟਾਈਟਲ 'ਚ ਹੈਗਾ ਹੁਣ ਕਿ ਸਾਰ ਨਹੀਂ ਜਾਣ ਸਕਦਾ ਪੰਜਾਬ। ਜਦੋਂ ਕੋਈ ਕਹਿੰਦਾ ਨਾ ਮੈਨੂੰ ਪੰਜਾਬ ਸਮਝ ਆ ਗਿਆ, ਤੇ ਮੈਂ ਦੇਖ ਕੇ ਥੋੜਾ ਜਿਹਾ ਮੁਸਕਰਾਨਾ ਉਹਨਾਂ ਨੂੰ, ਕਿਉਂਕਿ ਮੈਨੂੰ ਲੱਗਦਾ ਕਿ ਪੰਜਾਬ ਬਹੁਤ ਡੂੰਘਾ ਹੈ, ਪੰਜਾਬ ਇੱਕ ਅਥਾਹ ਸਮੁੰਦਰ ਹੈ। ਤੇ ਮੈਨੂੰ ਲੱਗਦਾ ਕਿ ਮੈਂ ਤਾਂ ਬਸ ਹਜੇ ਆਪਣੇ ਪੈਰ ਹੀ ਗਿੱਲੇ ਕੀਤੇ ਨੇ ਇਹਦੇ 'ਚ। ਲੰਘਣਾ ਜੀ, ਸਮਝਣਾ ਬਹੁਤ ਬਹੁਤ ਉੱਚੀ ਗੱਲਾਂ ਨੇ। ਉਹ ਆਉਂਦਾ ਵੀ ਹੈ ਕਿਤਾਬ ਦੇ ਵਿੱਚ ਕਿ ਛਲੇਡੇ ਵਾਂਗੂ ਰੂਪ ਵਟਾ ਲੈਂਦਾ, ਤੁਸੀਂ ਸਮਝਦੇ ਹੋ ਕਿ ਤੁਹਾਡੀ ਪਕੜ ਦੇ ਵਿੱਚ ਆ, ਤੇ ਉਹ ਫੇਰ ਛੜੱਪਾ ਮਾਰ ਜਾਂਦਾ। ਦੇਖੋ ਨਾ, ਇਹਦੀ ਪੰਜਾਬ, ਕਿਸੇ ਚੀਜ਼ ਨੂੰ ਸਮਝ ਲੈਣਾ ਕੀ ਹੁੰਦਾ ਹੈ? ਕਿਸੇ ਚੀਜ਼ ਨੂੰ ਸਮਝ ਲੈਣਾ ਹੁੰਦਾ ਕਿ ਸਾਨੂੰ ਉਹਦੇ ਪਾਵਰ ਆ ਗਈ ਸਾਨੂੰ। ਪਰ ਪੰਜਾਬ ਤਾਂ ਕਿਸੇ ਦੀ ਪਾਵਰ, ਕਿਸੇ ਦੀ ਅਧੀਨਗੀ ਕਬੂਲ ਹੀ ਨਹੀਂ ਕਰਦਾ। ਪੰਜਾਬ ਤਾਂ ਜਿਹੜਾ ਟੁੱਟਿਆ ਭੱਜਿਆ ਹੈਗਾ, ਉਹ ਤਾਂ ਹੈਗਾ ਹੀ ਹੈ, ਉਹ ਤਾਂ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ, ਕਿਤਾਬ ਵੀ ਉਹਨੂੰ ਦਰਸਾਉਂਦੀ ਹੈ। ਪਰ ਪੰਜਾਬ ਦੇ ਅੰਦਰ ਜਿਹੜੀ ਉਹਦੀ ਨਾਬਰਤਾ ਹੈਗੀ ਹੈ, ਉਹ ਜ਼ਿਆਦਾ ਮੁੱਖ ਹੈ ਮੇਰੇ ਹਿਸਾਬ ਨਾਲ। ਤੇ ਉਹ ਜਿਹੜਾ ਨਾਬਰ ਹੁੰਦਾ, ਉਹ ਫਿਰ ਆਪਣੀ ਪਛਾਣ ਪੂਰੀ ਤਾਂ ਦੇ ਹੀ ਨਹੀਂ ਸਕਦਾ ਨਾ, ਦਿੰਦਾ ਹੀ ਨਹੀਂ ਕਿਸੇ ਨੂੰ। ਤੇ ਉਹ ਫਿਤਰਤ ਹੀ ਹੈ ਉਹਦੀ, ਐ ਨਹੀਂ ਕਿ ਕੋਈ ਡੈਲੀਬਰੇਟਲੀ ਨਹੀਂ ਦੇ ਰਿਹਾ, ਉਹ ਫਿਤਰਤ ਹੀ ਹੈ ਉਹਦੀ। ਹਾਂਜੀ, ਉਹ ਆਉਂਦਾ ਵੀ ਹੈ ਕਿਤਾਬ ਦੇ ਵਿੱਚ ਕਿ ਇਹ ਪੀੜ ਪੀੜ ਹੋਇਆ ਪਿਆ, ਪਰ ਇਹ ਚੀਕਿਆ ਨਹੀਂ ਤੇ ਨਾ ਬਿਆਸ ਵੀ ਹੋਇਆ। ਤੇ ਕਿਤਾਬ ਜਿੱਥੋਂ ਖੁੱਲਦੀ ਆ ਭੂਮਿਕਾ ਦੇ ਵਿੱਚ, ਉੱਥੇ ਪੱਤਰਕਾਰ ਦੀ ਫੋਟੋਕਾਰ ਦੇ ਨਾਲ ਜਿਹੜੀ ਮਿਲਣੀ ਹੈਗੀ ਆ, ਤੇ ਉਹ 2 ਜਿਹੜੀਆਂ ਫੋਟੋਆਂ ਤੋਂ ਜਿਹੜੀ ਗੱਲ ਹੈ ਉਹ ਸ਼ੁਰੂ ਹੁੰਦੀ ਹੈ। ਤਾਂ ਇੱਕ ਵਿਸ਼ੇਸ਼ ਜਿਹੜੇ ਸਮੇਂ ਬਿੰਦੂ ਦੇ ਉੱਤੇ ਅਸੀਂ ਆਪਦੇ ਅਤੀਤ ਦੀਆਂ ਜਿਹੜੀਆਂ ਪੇਚੀਦਾ ਗੰਢਾਂ ਨੇ ਉਹ ਖੋਲ ਰਹੇ ਆ ਉੱਥੇ। ਤੇ ਇਹ ਹੋਇਆ ਸਮੇਂ ਦੀ ਪੱਧਰ ਤੇ, ਪਰ ਸਥਾਨ ਦੀ ਪੱਧਰ ਤੇ ਤੁਸੀਂ ਕੁਝ ਸਮਾਂ ਪੰਜਾਬ ਦੇ ਵਿੱਚ ਆਏ, ਫਿਰ ਦੂਰ ਰਹਿੰਦੇ ਹੋ, ਫਿਰ ਤੁਸੀਂ ਇੱਥੇ ਨੇੜੇ ਆ ਕੇ ਪੰਜਾਬ ਨੂੰ ਜਿਹੜਾ ਉਹ ਲਗਾਤਾਰ ਵੇਖ ਰਹੇ ਹੋ। ਤਾਂ ਸਮੇਂ ਤੇ ਸਥਾਨ ਦੀ ਪੱਧਰ ਤੇ ਪੰਜਾਬ ਨੂੰ ਇੱਕ ਖਾਸ ਵਿੱਥ ਤੋਂ ਦੇਖਣਾ, ਤਾਂ ਕਿ ਕੈਨਵਸ ਹੈ ਜਿਹੜਾ ਉਹ ਹੋਰ ਕਲੀਅਰ ਦਿਸੇ। ਤਾਂ ਇਹਦੇ ਤੁਹਾਡਾ ਅਨੁਭਵ ਇਹਦੇ ਬਾਰੇ ਕੀ ਕਹਿੰਦਾ ਕਿ ਅਸੀਂ ਥੋੜੇ ਜਿਹੇ ਸਮੇਂ ਬਾਅਦ ਜਦੋਂ ਇਹਨਾਂ ਗੰਢਾਂ ਨੂੰ ਖੋਲਣਾ ਸ਼ੁਰੂ ਕਰਦੇ ਹਾਂ, ਜਾਂ ਅਸੀਂ ਥੋੜੀ ਵਿੱਥ ਤੋਂ ਖੜ ਕੇ ਜਦੋਂ ਪੂਰੇ ਦ੍ਰਿਸ਼ ਨੂੰ ਵੇਖ ਰਹੇ ਹੁੰਦੇ ਆ, ਤਾਂ ਉਹ ਨੇੜੇ ਖੜੇ ਨਾਲੋਂ ਕਿੰਨਾ ਕੁ ਵੱਖਰਾ ਦਿਸ ਰਿਹਾ ਹੁੰਦਾ? ਦੇਖੋ, 2 ਗੱਲਾਂ ਨੇ ਇਹਦੇ ਵਿੱਚ। ਦੇਖੋ, ਪੰਜਾਬ ਤੇ ਕਾਫੀ ਕੰਮ ਹੋਇਆ ਹੈ ਪਿਛਲੇ ਕਈ ਦਹਾਕਿਆਂ ਵਿੱਚ, ਪਰ ਉਹ ਜਾਂ ਤਾਂ ਚਲੋ ਪੋਲੀਟੀਕਲ ਐਂਗਲ ਦੇਖ ਲੈਂਦੇ ਨੇ, ਜਾਂ ਰਿਲੀਜੀਅਸ ਐਂਗਲ, ਜਾਂ ਸੋਸ਼ਲ ਐਂਗਲ, ਐਜੂਕੇਸ਼ਨ। ਪਰ
ਪੰਜਾਬ ਔਨ ਦ ਹੋਲ ਉਹ ਮੈਨੂੰ ਨਹੀਂ ਦਿਸਿਆ ਇਹੋ ਜਿਹਾ ਕੰਮ। ਜੇ ਦਿਸਿਆ ਹੁੰਦਾ ਤਾਂ ਮੈਂ ਕਿਉਂ ਆਪਣਾ ਟਾਈਮ ਲਾਉਣਾ ਸੀਗਾ, ਮੈਂ ਤਾਂ ਉਹੀ ਪੜ੍ਹ ਕੇ ਸਮਝ ਜਾਂਦਾ, ਹਨਾ। ਤੇ ਇਹ ਮੇਰਾ ਖਿਆਲ ਹੈ ਉਹ ਲਾਰਜਰ ਪਿਕਚਰ ਦੇਖਣ ਵਾਲਾ। ਤੇ ਫਿਰ ਜਦੋਂ ਲਾਰਜਰ ਪਿਕਚਰ ਤੁਸੀਂ ਦੇਖਦੇ ਹੋ, ਉਹਦੇ 'ਚ ਤੁਹਾਨੂੰ ਲੱਗਦਾ ਕਿ ਸਭ ਕੁਝ ਹੀ ਇੱਕ ਦੂਜੇ ਨਾਲ ਬੰਨਿਆ ਹੋਇਆ, ਜੁੜਿਆ ਹੋਇਆ। ਸਾਰਾ ਜੁੜਿਆ ਹੋਇਆ। ਹਮ, ਉਹ ਜਿਵੇਂ ਮੈਂ ਆਪਣੀ ਮਾਂ ਦੀ ਛਾਤੀ ਦੀ ਵੀ ਗੱਲ ਕਰਦਾ ਹੈਗਾ ਕਿ, ਹਨਾ, ਕਿ ਉਹ ਜਿਹੜੀਆਂ ਆਪਾਂ ਉਹਨੂੰ ਬਿਮਾਰੀਆਂ ਕਹਿ ਲਈਏ, ਸਾਡਾ ਜਿਹੜਾ ਸਾਡੀਆਂ ਤਰਾਸਦੀਆਂ ਨੇ, ਉਹ ਐ ਗੰਢਾਂ ਵਾਂਗੂ ਬੰਨੀਆਂ ਹੋਈਆਂ ਨੇ ਇੱਕ ਦੂਜੇ ਨਾਲ। ਉਹ ਮੇਰਾ ਖਿਆਲ ਦਿਖਣਾ ਥੋੜਾ ਮੁਸ਼ਕਿਲ ਹੁੰਦਾ ਹੈ, ਤੁਸੀਂ ਅੰਦਰ ਫਸੇ ਹੁੰਦੇ ਹੋ, ਉਹਦੇ ਵਾਸਤੇ ਥੋੜਾ ਬਾਹਰ ਆਉਣਾ ਪੈਂਦਾ। ਪਰ ਮੈਂ ਆਪਣੇ ਵੱਲੋਂ ਇਹ ਮੰਨਦਾ ਕਿ ਇਹ ਕਿਤਾਬ ਨਾ ਅੰਦਰ ਵਾਲੇ ਦੀ ਕਿਤਾਬ ਹੈ, ਨਾ ਬਾਹਰ ਵਾਲੇ ਦੀ ਹੈ, ਜਾਂ ਸ਼ਾਇਦ ਅੰਦਰ ਵਾਲੇ ਦੀ ਵੀ ਹੈ ਤੇ ਬਾਹਰ ਵਾਲੇ ਦੀ ਵੀ ਹੈ। ਤੇ ਮੈਨੂੰ ਉਹੀ ਚੰਗਾ ਲੱਗਿਆ ਇਸ ਤੇ ਕੰਮ ਕਰਨਾ, ਕਿ ਜਿਵੇਂ ਆਮ ਲੋਕੀ, ਮਤਲਬ ਪੰਜਾਬ ਦੇ ਲੋਕ, ਜਿਵੇਂ ਜਾਂ ਤੁਸੀਂ ਆਪਣੇ ਪਿੰਡ ਦੀ ਗੱਲ ਕਰਦੇ ਹੋਵੋਗੇ, ਤੁਹਾਨੂੰ ਆਪਣੇ ਪਿੰਡ ਦਾ ਖੂਹ ਯਾਦ ਆਉਂਦਾ ਹੋਊਗਾ, ਛੱਪੜ ਯਾਦ ਆਉਂਦਾ ਹੋਊਗਾ, ਨਾਨੇ ਦਾ ਘਰ, ਦਾਦੇ ਦੀ ਰੋਟੀ, ਉਹ ਸਾਰਾ ਕੁਝ ਤੁਹਾਨੂੰ ਯਾਦ ਆਉਂਦਾ ਹੋਊਗਾ। ਪਰ ਮੈਨੂੰ ਮੇਰਾ ਉਹ ਜਿਹਾ ਅਹਿਸਾਸ ਹੈ ਨਹੀਂਗਾ ਪੰਜਾਬ ਬਾਰੇ, ਹਨਾ। ਤੇ ਮੈਂ ਉਹ ਸਮਝਣਾ ਸੀਗਾ, ਮੈਂ ਉਹ ਹੁਣ ਉਹ ਜੇ ਨਹੀਂ ਹੈਗਾ ਤਾਂ ਮੈਂ ਤਾਂ ਉਹਨੂੰ ਪੈਦਾ ਤਾਂ ਨਹੀਂ ਕਰ ਸਕਦਾ, ਤੇ ਮੈਂ ਕਿਸੇ ਹੋਰ ਪੱਖੋਂ ਫਿਰ ਦੇਖਣਾ ਸ਼ੁਰੂ ਕਰਨਾ ਸੀਗਾ। ਤੇ ਉਸੇ ਕਰਕੇ ਕਿਤਾਬ ਇੱਕ ਥਾਂ ਤੇ ਸਫ਼ਰਨਾਮਾ ਵੀ ਹੈਗੀ ਹੈ, ਪਰ ਕੱਲੀ ਸਫ਼ਰਨਾਮਾ ਜੇ ਦੇਖੋ ਤਾਂ ਫਿਰ ਲੱਗਦਾ ਹੈ ਕਿ ਅਹ, ਬਸ ਇੰਨਾ ਕੀ ਕਹਿਣਾ ਹੈਗਾ। ਜੇ ਤੁਹਾਨੂੰ ਲੱਗਦਾ ਕਿ ਨਹੀਂ ਇਸ ਤੋਂ ਜ਼ਿਆਦਾ ਕੁਝ ਕਹਿਣਾ ਹੈਗਾ, ਤੇ ਫਿਰ ਤੁਹਾਨੂੰ ਲੱਗਦਾ ਕਿ ਜਿਹੜੀ ਆਡੀਅנס ਵਾਸਤੇ ਤੁਸੀਂ ਲਿਖ ਰਹੇ ਹੋ, ਕਿਉਂਕਿ ਮੈਂ ਅੰਗਰੇਜ਼ੀ ਵਾਸਤੇ ਲਿਖ ਰਿਹਾ ਸੀ, ਉਹਦੇ ਵਾਸਤੇ ਬਹੁਤ ਸਾਰੀਆਂ ਚੀਜ਼ਾਂ, ਜਿਹੜੇ ਸ਼ਬਦ ਹੁੰਦੇ ਨੇ, ਜਿਹੜੇ ਉਹਨਾਂ ਦੇ ਅਰਥ ਹੁੰਦੇ ਨੇ, ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਇੱਕ ਮੇਨ ਸਟ੍ਰੀਮ ਇੰਡੀਅਨ ਮੀਡੀਆ ਨੇ ਵੀ ਉਸ ਤਰੀਕੇ ਨਾਲ ਪਿਛਲੇ 40-50 ਸਾਲਾਂ ਤੋਂ ਰਿਪਰੈਜ਼ੈਂਟ ਕਰਦੀ ਹੈ ਪੰਜਾਬ। ਉਹ ਸਾਰੀਆਂ ਗੱਲਾਂ ਮੈਨੂੰ ਝੂਠ ਲੱਗੀਆਂ ਫਿਰ। ਤੇ ਫਿਰ ਮੈਨੂੰ ਲੱਗਿਆ ਕਿ ਇਹਨੂੰ ਕੰਟੈਕਸਟ ਦੱਸਣਾ ਜ਼ਰੂਰੀ ਹੈ। ਉਹਨਾਂ ਦਿਨਾਂ 'ਚ ਹੀ ਮੈਨੂੰ ਇੱਕ ਦੋ ਮੈਗਜ਼ੀਨਸ ਵਗੈਰਾ, ਕਾਰਵਾਂ ਨੇ ਖਾਸ ਕਰ, ਉਹਨਾਂ ਨੇ ਕਿਹਾ ਸੀ ਕਿ ਤੂੰ ਇੱਕ ਮਹੀਨੇ ਦਾ ਇੱਕ ਆਰਟੀਕਲ ਲਿਖ ਦਿਆ ਕਰ ਸਾਡੇ ਵਾਸਤੇ। ਤੇ ਮੈਂ ਜਦੋਂ ਉਹ ਲਿਖ ਰਿਹਾ ਸੀਗਾ ਤੇ ਫਿਰ ਮੈਨੂੰ ਲੱਗਿਆ ਕਿ ਹੁਣ ਤਾਂ ਮੈਂ ਆਰਟੀਕਲਸ ਲਿਖਤੇ, ਹੁਣ ਮੈਂ ਕਿਉਂ ਕਿਤਾਬ ਬਣਾਉਣੀ ਹੈ। ਫਿਰ ਮੈਨੂੰ ਲੱਗਿਆ ਕਿ ਜਦੋਂ ਤੱਕ ਮੈਂ ਉਹਨੂੰ ਆਪਣੀ ਸਵੈ ਜੀਵਨੀ ਨਾਲ ਜੋੜ ਕੇ ਨਹੀਂ ਦੇਖਦਾ, ਜਦੋਂ ਤੋਂ ਮੈਂ ਉਸ ਨੂੰ 40 ਸਾਲ ਪਹਿਲਾਂ ਮੈਨੂੰ ਪੰਜਾਬ ਕਿਹੋ ਜਿਹਾ ਦਿਸਦਾ ਸੀ ਤੇ ਹੁਣ ਕਿਵੇਂ ਦਿਸ ਰਿਹਾ, ਇਹ ਫਰਕ ਨਹੀਂ ਕਰਦਾ, ਉਹ ਤੇ ਇਹ ਕਿਤਾਬ ਨਹੀਂ ਬਣ ਸਕਦੀ। ਤੇ ਜੇ ਦੇਖਿਆ ਜਾਵੇ ਮੁੱਖ ਤੌਰ ਤੇ ਜਿਹੜੇ ਚੈਪਟਰਾਈਜੇਸ਼ਨ ਹੋਈ ਹੈ ਇਹਦੀ, ਉਹ ਲਗਭਗ ਕੈਰਵਾ ਦੇ ਆਰਟੀਕਲਸ ਨੇ ਰੀੜ ਦੀ ਹੱਡੀ ਬਣਾਤੀ ਸੀ ਪੰਜਾਬ ਦੀ ਜਾਂ ਕਿਤਾਬ ਦੀ। ਤੇ ਫਿਰ ਉਹਦੇ ਜਿਹੜਾ ਮਾਸ ਸੀਗਾ, ਜਿਹੜਾ ਉਹਦੇ ਨਿਊਰੋਨ ਸੀਗੇ, ਉਹ ਫਿਰ ਆਪਾਂ ਸਫਰਨਾਮੇ ਤੋਂ ਤੇ ਕੰਟੈਕਸਚੁਅਲ ਹਿਸਟਰੀ ਤੋਂ, ਫਿਰ ਮੈਮੋਆਰਸ ਤੋਂ ਲਿਆ ਕੇ ਪੂਰੇ ਕੀਤੇ। ਪਰ ਜਦੋਂ ਹੁਣ ਪੰਜਾਬੀ ਚ ਕਰਨ ਲੱਗੇ ਉਸ ਨੂੰ, ਫਿਰ ਸਾਨੂੰ ਲੱਗਿਆ ਕਿ ਪੰਜਾਬੀ ਆਡੀਅנס ਨੂੰ ਤੁਸੀਂ ਕੰਟੈਕਸਟ ਦੱਸਣ ਦੀ ਲੋੜ ਹੀ ਨਹੀਂ ਹੈਗੀ, ਕੱਟੋ ਕਿਤਾਬ ਛੋਟੀ ਕਰੋ। ਪਰ 19 ਦਿਨਾਂ 'ਚ ਫਿਰ ਆਪਣਾ ਅੰਦੋਲਨ ਸ਼ੁਰੂ ਹੋ ਗਿਆ, ਤੇ ਫਿਰ ਉਹ ਅੰਦੋਲਨ, ਹਾਂ ਐਲਾਨ, ਫਿਰ ਉਹ ਚੈਪਟਰ ਇੱਕ ਅੰਦੋਲਨ ਤੇ ਲਿਖਣਾ ਬਣਦਾ ਹੀ ਸੀਗਾ ਜੀ, ਕਿਉਂਕਿ ਇਹ ਤਾਂ ਹਿਸਟੋਰੀਕਲ ਗੱਲ ਹੋ ਗਈ ਨਾ, ਕਿੱਥੇ ਜਿਹੜਾ ਪੰਜਾਬ, ਇਸੇ ਕਰਕੇ ਨਾਮ ਹੀ ਰੱਖਿਆ ਸੀਗਾ 2019 ਵਿੱਚ ਜਦੋਂ ਕਿਤਾਬ ਆਉਂਦੀ ਹੈ ਅਕਤੂਬਰ ਵਿੱਚ, ਉਦੋਂ ਮੈਨੂੰ ਸੀਗਾ ਕਿ ਹੈ ਜੀ ਪੰਜਾਬ। ਪਰ ਉਸ ਤੋਂ ਅਗਲੇ 2 ਸਾਲਾਂ ਵਿੱਚ ਪੰਜਾਬ ਨੇ ਆਪਣੀ ਪੂਰੀ ਤਰ੍ਹਾਂ ਦਿੱਖ ਬਦਲਤੀ ਦੁਨੀਆ ਵਿੱਚ, ਉਹ ਕਿਸੇ ਹੋਰ ਚੀਜ਼ ਤੇ ਖੜਾ ਹੋ ਗਿਆ, ਸਭ ਤੋਂ ਵੱਡੀ ਮਿਸਾਲ ਬਣਾਤੀ ਪੰਜਾਬ ਨੇ। ਫਿਰ ਉਹ ਵੀ ਲਿਆਉਣੀ ਚਾਹੀਦੀ ਹੈ ਫਿਰ ਕਿਤਾਬ ਦੇ ਅੰਦਰ, ਤੇ ਉਹ ਫਿਰ ਪੇजेस ਫਿਰ ਉੱਥੇ ਕੀ ਆ ਗਏ ਜਿੱਥੇ ਪਹਿਲਾਂ ਸੀਗੇ, ਕਿਉਂਕਿ ਜਿੰਨਾ ਕੱਟਿਆ ਸੀਗਾ ਉਹਨਾਂ ਨਵਾਂ ਚੈਪਟਰ ਆ ਗਿਆ। ਜੀ, ਤੁਸੀਂ ਹੁਣੇ ਕਿਤਾਬ ਦੇ ਜਨਰ ਦੀ ਗੱਲ ਕੀਤੀ, ਤਾਂ ਮੈਨੂੰ ਵੀ ਪੜ੍ਹਦੇ ਇਹ ਲੱਗ ਰਿਹਾ ਸੀ ਕਿ ਜਿਵੇਂ ਆਪਾਂ ਪੰਜਾਬ ਦੀ ਕਿਸੇ ਪਏ ਜਾਂ ਪਗਡੰਡੀ ਤੇ ਤੁਰੇ ਜਾ ਰਹੇ ਹੁੰਨੇ ਆ, ਇਹ ਕਿਸੇ ਸਮੂਥ ਜੀ ਜਰਨੈਲੀ ਸੜਕ ਤੇ ਤੁਰਨ ਵਰਗਾ ਤਾਂ ਪੜ੍ਹਨਾ ਬਿਲਕੁਲ ਵੀ ਨਹੀਂ ਸੀਗਾ। ਤੇ ਉਹ ਕਿਤਾਬ ਦਾ ਜਿਹੜਾ ਸਟਰਕਚਰ ਹੈ, ਜਿਵੇਂ ਆਪਾਂ ਪਹਿਲਾਂ ਵੀ ਲਿਰਿਕੈਲਿਟੀ ਦੀ ਗੱਲ ਕੀਤੀ, ਉਹਦੀ ਜਿਹੜੀ ਵਿਉਂਤ ਬਣਤਰ ਸਾਰਾ ਹੈ, ਉਹ ਵੀ ਅਸਲ ਦੇ ਵਿੱਚ ਪੰਜਾਬੀ ਹੈ ਸੁਭਾਅ ਤੋਂ। ਪਰ ਇੱਕ ਗੱਲ ਦੇਖਿਓ ਤੁਸੀਂ, ਚੈਪਟਰ ਕੱਲਾ ਵੀ ਪੜ੍ਹ ਸਕਦੇ ਹੋ। ਹਾਂਜੀ, ਹਨਾ, ਇਹ ਵੀ ਇੱਕ ਮੇਰਾ ਖਿਆਲ ਹੈ ਖੂਬਸੂਰਤੀ ਕਹਿ ਸਕਦੇ ਕਿਤਾਬ ਦੀ। ਤੇ ਉਹ ਆਪਣੇ ਆਪ ਹੋ ਗਈ, ਮਤਲਬ ਮੈਨੂੰ ਨਹੀਂ ਲੱਗਦਾ ਮੈਨੂੰ ਇੰਨਾ ਸੀਗਾ ਇਲਮ ਕਿ ਮੈਂ ਇਸ ਨੂੰ ਕਿਵੇਂ ਬਣਾਉਣਾ ਹੈਗਾ। ਉਹ ਲਿਖਦਿਆਂ ਮੇਰੇ ਕੋਲ 40 ਡਰਾਫਟ ਹੋਏ ਸੀਗੇ। ਤੇ ਪਹਿਲਾਂ ਤਾਂ ਮੈਂ ਹੀ ਇੰਨਾ ਕੱਟਦਾ ਹੈਗਾ, ਫਿਰ ਉਹ ਕਾਰਤਿਕ ਨੇ ਕੱਟਿਆ, ਫਿਰ ਅਸੀਂ 3 ਰਾਊਂਡ ਐਡੀਟਿੰਗ ਦੀ ਕੀਤੀ, ਫਿਰ ਉਹ ਬਣ ਗਈ ਚੀਜ਼। ਸਾਂਝੀ ਹੁੰਦੀ ਹੈ ਕਿਤਾਬ ਬਣਾਉਣੀ,
ਕੱਲਾ ਰਾਈਟਰ ਨਹੀਂ ਕਰ ਸਕਦਾ ਹੁੰਦਾ ਕਿਤਾਬ ਨੂੰ, ਮੇਰਾ ਖਿਆਲ। ਹਾਂਜੀ, ਇਹ ਕਿਉਂਕਿ ਆਪਾਂ ਪਹਿਲਾਂ ਚੈਪਟਰਸ ਦੀ ਵੀ ਗੱਲ ਕੀਤੀ ਕਿ ਆਪਾਂ ਮੌਤਾਂ ਨਹੀਂ ਲਿਖਿਆ ਉੱਥੇ, ਲਾਸ਼ਾਂ ਵਰਤਿਆ, ਤਾਂ ਇਹਦਾ ਮਤਲਬ ਇਹ ਵੀ ਆ ਕਿ ਸਾਡੇ ਲਈ ਉਹ ਕੋਈ ਨੰਬਰ ਨਹੀਂ ਹੈ, ਤੇ ਸਾਡੀ ਜਿਹੜੀ ਇੰਟੈਂਸ਼ਨ ਹੈ ਪ੍ਰੈਜੈਂਟੇਸ਼ਨ ਦੀ ਉਹ ਵੀ ਕਿਤੇ ਵੱਖਰੀ ਹੈ। ਉਹਦੇ 'ਚ ਤੁਹਾਡੇ ਦੋਸਤਾਂ ਦੇ ਨਾਂ ਆ ਰਹੇ ਨੇ, ਉਹਦੇ 'ਚ ਪੰਜਾਬ ਦੇ ਉਹ ਨਿਮਨ ਕਿਸਾਨਾਂ ਦੇ ਨਾਂ ਵੀ ਆ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਵਾਰ-ਵਾਰ ਫੋਨ ਕਰਕੇ ਪੁੱਛਦੇ ਵੀ ਹੋ ਵੀ ਤੁਹਾਡਾ ਕੀ ਹਾਲ ਹੈ ਇਸ ਮੌਕੇ ਦੇ ਉੱਤੇ। ਤੇ ਮਰਦਾਨਗੀ ਵਾਲੇ ਚੈਪਟਰ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਖੇਡਾਂ ਦੀ ਗੱਲ ਤੁਰੀ ਹੈ, ਪੰਜਾਬੀਆਂ ਦੀਆਂ ਖੇਡਾਂ ਤੇ ਪੰਜਾਬੀਆਂ ਦੇ ਸ਼ੌਂਕ ਦੀਆਂ ਖੇਡਾਂ, ਫਿਰ ਕਿਲ੍ਹਾ ਰਾਏਪੁਰ ਦਾ ਜ਼ਿਕਰ ਛਿੜਦਾ ਹੈ, ਪੇਂਡੂ ਓਲੰਪਿਕਸ ਦੀ ਗੱਲ ਆਉਂਦੀ ਹੈ। ਪਰ ਉਸ ਚੈਪਟਰ ਦੇ ਅੰਤ ਦੇ ਉੱਤੇ ਤੱਕ ਮੇਰੇ ਕੋਲੇ ਇਹ ਟਿੱਪਣੀ ਰਹਿ ਜਾਂਦੀ ਹੈ ਕਿ ਜਦੋਂ ਪੰਜਾਬ ਖੇਡ ਨਹੀਂ ਵੀ ਰਿਹਾ ਹੁੰਦਾ ਤੇ ਉਦੋਂ ਪੰਜਾਬ ਉੱਤੇ ਕੋਈ ਹੋਰ ਖੇਡ ਜਾਂਦਾ ਤੇ ਉਹ ਖੇਡ ਦੇ ਮੈਦਾਨ ਦੀ ਹੈਸੀਅਤ ਉਹਦੀ ਹੋ ਜਾਂਦੀ ਹੈ। ਤੇ ਇਤਿਹਾਸ ਦੇ ਵਿੱਚ ਕਿੰਨਾ ਕੁਛ ਹੈ ਜਿਹੜਾ ਉਹ ਸਾਡੇ ਨਾਲ ਇਸ ਤਰ੍ਹਾਂ ਦਾ ਹੋਇਆ, ਚਾਹੇ ਉਹ ਹਰੀ ਕ੍ਰਾਂਤੀ ਕਰਕੇ ਆਰਥਿਕ ਸੰਕਟ ਖੜਾ ਹੋਇਆ ਤੇ ਉਦੋਂ ਪੰਜਾਬ ਜਿਹੜਾ ਖੇਡ ਦਾ ਮੈਦਾਨ ਵੀ ਬਣਿਆ। ਤੇ ਵੱਖ-ਵੱਖ ਸਮੇਂ ਦੇ ਉੱਤੇ ਜਿਹੜੀ ਉਹ ਹਿੰਸਾ ਹੈ ਜਾਂ ਜਿਹੜੀ ਉਹ ਉਦਾਸੀ ਹੈ ਉਹ ਆਪਦਾ ਰੂਪ ਆਕਾਰ ਬਦਲ ਕੇ ਸਾਡੇ ਫਿਰ ਤੋਂ ਸਾਹਮਣੇ ਆਉਂਦੀ ਰਹੀ ਆ। ਤੇ ਉਹ ਪੂਰੀ ਚੈਪਟਰਸ ਦੀ ਵੀ ਇੱਕ ਕਨੈਕਟੀਵਿਟੀ ਵੀ ਹੈ ਤੇ ਉਹ ਸਿੰਗੂਲੈਰਿਟੀ ਦੇ ਵਿੱਚ ਵੀ ਉਹ ਜਿਹੜੀ ਆਪਦਾ ਅਰਥ ਰੱਖਦੇ ਨੇ ਤੇ ਕੰਪਲੈਕਸਿਟੀ ਜਿਵੇਂ ਦਾ ਪੰਜਾਬ ਹੈਗਾ ਉਹ ਵੀ ਰੱਖਦੇ ਨੇ। ਹਾਂ, ਬਿਲਕੁਲ ਠੀਕ ਹੈ ਗੱਲ ਤੁਹਾਡੀ, ਕਿਉਂਕਿ ਜਦੋਂ ਤੁਸੀਂ ਪਹਿਲਾਂ ਕੁਐਸਚਨ 'ਚ ਪੁੱਛਿਆ ਸੀਗਾ ਕਿ ਜਿਹੜਾ ਉਹਦਾ ਪ੍ਰੈਫੇਸ ਹੈਗਾ ਕਿਤਾਬ ਦਾ ਉਹ ਸ਼ੁਰੂ ਹੁੰਦਾ ਫੋਟੋ ਜਰਨਲਿਸਟ ਨਾਲ, ਦੇਖੋ ਪਹਿਲਾਂ ਲਾਈਨ ਹੀ ਸਤਪਾਲ ਦਾਨੀਸ਼ਨਾ ਨੇ ਕਿਹੜੀ ਕਹੀ ਮੈਨੂੰ, ਤੁਸੀਂ ਇਹ ਕਹੋ ਕਿ ਮੈਂ ਆਪਣੇ ਸਮਾਜ 'ਚ ਮੌਤਾਂ ਲਿਖ ਦਿੰਦਾ, ਕਿਵੇਂ ਲਿਖ ਦਿੰਦਾ, ਜਦੋਂ ਉਹਨਾਂ ਨੇ ਕਿਹਾ ਹੀ ਸੀ ਕਿ ਲਾਸ਼ਾਂ ਕਿੰਨੀਆਂ ਸਿੱਖ ਲਾ, ਹਨਾ, ਉਹਨਾਂ ਨੇ ਕਿਹਾ ਸੀ ਜੇ ਪੰਜਾਬ ਨੂੰ ਸਮਝਣਾ ਚਾਹੁੰਦਾ ਹੈ ਤਾਂ ਲਾਸ਼ਾਂ ਗਿਣਨ ਨੂੰ ਤਿਆਰ ਹੋ ਜਾ, ਤੇ ਫਿਰ ਉਹ ਤਾਂ ਚੇਂਜ ਹੋ ਹੀ ਨਹੀਂ ਸੀ ਸਕਦੀ ਨਾ, ਉਹ ਸ਼ਬਦ ਤਾਂ ਫਿਰ ਲਾਸ਼ਾਂ ਹੀ ਰਹਿਣਾ ਸੀ। ਮੇਰਾ ਖਿਆਲ ਬਹੁਤ ਕੁਝ ਕਿਤਾਬ 'ਚ ਇਹੋ ਜਿਹਾ ਹੋਇਆ ਜਿਹੜਾ ਵਾਪਰ ਗਿਆ, ਮਤਲਬ ਐਜ਼ ਅ ਰਾਈਟਰ ਮੈਂ ਇੰਨਾ ਕ੍ਰੈਡਿਟ ਨਹੀਂ ਲੈ ਸਕਦਾ ਹੈ। ਕਿਤਾਬ ਚੰਗੀ ਬਣ ਗਈ, ਲੋਕਾਂ ਨੂੰ ਚੰਗੀ ਲੱਗ ਰਹੀ ਹੈ, ਪਰ ਉਹਦਾ ਕਿੰਨਾ ਮੇਰਾ ਕੰਮ ਹੈਗਾ ਉਹਦੇ 'ਚ, ਮੇਰਾ ਖਿਆਲ ਉਹ ਅਮੀਰ ਖੁਸਰੋ ਦਾ ਹੈਗਾ ਨਾ, दरिया प्यार का उल्टी इसकी वाह, जो डूबा सो पार हुआ, जो पार हुआ सो डूब गया। कुछ ਇਹੋ ਜਿਹੀ ਹੈਗੀ ਹੈ ਨਾ ਕਿ ਉਹ ਫਿਰ ਪੰਜਾਬ ਜਾ ਕੇ ਫਿਰ ਰਲ ਮਿਲ ਜਾਓ ਪੰਜਾਬ ਨਾਲ, ਇਹਦੀ ਗਰਮੀਆਂ ਬਿਤਾਓ, ਇਹਦੀਆਂ ਸਰਦੀਆਂ ਬਿਤਾਓ, ਇਹਦੇ ਮੌਨਸੂਨ ਬਿਤਾਓ, ਜਿੱਥੇ ਜਿੱਥੇ ਤੁਹਾਨੂੰ ਜਾਣਾ ਤਕਲੀਫ ਹੁੰਦੀ ਹੈ, ਤੁਹਾਡਾ ਦਰਦ ਨਿਕਲਦਾ ਹੈ, ਤੁਹਾਨੂੰ ਤੁਸੀਂ ਇੱਕ ਸ਼ਹਿਰੀ ਲਾਈਫ ਦੇ ਕਸਟਮਡ ਹੋ, ਇੱਥੇ ਜ਼ਿਆਦਾ ਰੂਰਲ ਹੈਗਾ, ਇੱਥੇ ਤੁਹਾਨੂੰ ਨਾ ਰਹਿਣ ਦਾ ਕੋਈ ਅਸਰ ਹੈਗਾ ਨਾ ਖਾਣ ਦਾ ਹੈਗਾ, ਪਤਾ ਹੀ ਨਹੀਂ ਕਿੱਥੇ ਜਾਣਾ, ਪਰ ਕਿਸੇ ਵੀ ਪਿੰਡ ਵਿੱਚ ਕਿਸੇ ਤੋਂ ਵੀ ਪੁੱਛ ਲਓ ਤੁਹਾਨੂੰ ਰੱਖ ਲੈਂਦੇ ਨੇ। ਤੇ ਉਹ ਜਿਹੜੀ ਮੇਰਾ ਖਿਆਲ ਹੈ ਜਿਹੜੀ ਸੰਵੇਦਨਾ ਹੈਗੀ ਹੈ ਉਹ ਕਿਤਾਬ ਸ਼ਾਇਦ ਆ ਸਕਦੀ ਹੈ। ਜੀ, ਤੁਸੀਂ ਇੱਕ ਕਿਤਾਬ ਦੇ ਵਿੱਚ ਜ਼ਿਕਰ ਕਰਦੇ ਹੋ ਕਿ ਤੁਸੀਂ ਸੰਗਤ ਦਰਸ਼ਨ ਦੇਖਦੇ ਹੋ ਤੇ ਉਸ ਤੋਂ ਬਾਅਦ ਲੋਕ ਇਨਸਾਫ ਪਾਰਟੀ ਦਾ ਜਿਹੜਾ ਕੰਮਕਾਰ ਦੇਖਦੇ ਹੋ, ਹਨਾ, ਤੇ ਉਸ ਤੋਂ ਅੱਗੇ 2017 ਤੱਕ ਦੀਆਂ ਚੋਣਾਂ ਦਾ ਜਿਹੜਾ ਵੇਰਵਾ ਉਹ ਵੀ ਦਰਜ ਹੈਗਾ, ਪਰ ਹੁਣ ਹਾਲ ਹੀ ਦੇ ਵਿੱਚ 2022 ਦੀਆਂ ਚੋਣਾਂ ਆਈਆਂ ਤੇ ਨਵਾਂ ਐਡੀਸ਼ਨ ਜਦੋਂ ਪੰਜਾਬ ਇਹਦਾ ਆਊਗਾ ਕਿਤਾਬ ਦਾ, ਮੈਨੂੰ ਲੱਗਦਾ ਵੀ ਉਹ ਹੋਰ ਇਹਦੇ ਵਿੱਚ ਜੁੜਦਾ ਜਾਣਾ। ਤੇ ਕਿਉਂਕਿ ਪੰਜਾਬ ਦਾ ਨਾਮਕਰਨ ਪਾਣੀਆਂ ਕਰਕੇ ਆ, ਪੰਜਾਬ ਕਰਕੇ ਆ, ਤੇ ਜਿਹੜੇ ਪੰਜਾਬ ਦੇ ਹੁਣ 16ਵੀਂ ਵਿਧਾਨ ਸਭਾ ਦੇ ਚੁਣੇ ਗਏ ਮੁੱਖ ਮੰਤਰੀ ਆ ਉਹ ਕਿੱਥੋਂ ਸ਼ੁਰੂ ਕਰਦੇ ਨੇ ਆਪਦਾ ਸਿਆਸੀ ਕਰੀਅਰ, ਕਿ ਉਹ ਪਾਣੀ ਦੇ ਉੱਤੇ ਬੋਲਦੇ ਨੇ, ਗੰਦਲੇ ਪਾਣੀਆਂ ਦੇ ਪਿੰਡਾਂ ਬਾਰੇ ਜਾ ਕੇ। ਹਾਲਾਂਕਿ ਉਦੋਂ ਸਾਨੂੰ ਵੀ ਨਹੀਂ ਸੀ ਪਤਾ, ਪੜ੍ਹਦਿਆਂ ਨੂੰ ਕਿਤਾਬ ਜਾਂ ਤੁਹਾਨੂੰ ਲਿਖਦਿਆਂ ਨੂੰ ਨਹੀਂ ਸੀ ਪਤਾ ਕਿ ਇਹ ਜਿਹੜਾ 16ਵੀਂ ਵਿਧਾਨ ਸਭਾ ਉਹ ਪੰਜਾਬ ਦਾ ਸਿਆਸੀ ਜਿਹੜਾ ਸੀਨ ਆ ਉਹ ਕਿਵੇਂ ਬਦਲਣ ਵਾਲੀ ਆ। ਦੇਖੋ ਹੁਣ ਮੈਨੂੰ ਜਦੋਂ ਇਲੈਕਸ਼ਨਸ ਹੋਏ ਬਹੁਤਿਆਂ ਨੇ ਕਿਹਾ ਆਉਂਗੇ ਨਹੀਂ, ਦੁਬਾਰਾ ਆਉਂਗੇ ਨਹੀਂ, ਦੇਖੋਗੇ ਨਹੀਂ, ਮੈਂ ਸੱਚੀ ਕਹਾਂ ਤੇ ਮੈਂ 17 ਦੀਆਂ ਦੇਖ ਕੇ ਮੈਨੂੰ ਇੱਕ ਹੋਰ ਦੋਸਤ ਸੱਜਣ ਜਿਨ੍ਹਾਂ ਨੇ ਕਿਤਾਬ ਲਿਖਣ ਵੇਲੇ ਹੈਲਪ ਕੀਤੀ, ਮਤਲਬ ਉਹਨਾਂ ਨਾਲ ਡਿਸਕਸ਼ਨਾਂ ਕੀਤੀਆਂ ਸੀ, ਉਹਨਾਂ ਨੇ ਕਿਹਾ ਸੀ ਕਿ ਜਿਹੜੀ ਪੰਜਾਬ ਦੀ ਹਿਸਟਰੀ ਹੈ ਨਾ ਇਹ ਸਾਈਕਲਿਕਲ ਹੈ, ਤੇ ਇਹ ਹੁਣ ਦੀ ਸਾਈਕਲਿਕਲ ਨਹੀਂ ਹੈਗੀ, ਇਹ ਮਤਲਬ ਇੱਕ ਸਰਕਲ ਚੱਲਦੀ ਹੈ, ਇਹ 3000 ਸਾਲਾਂ ਤੋਂ ਉਹੀ ਚੱਲੀ ਜਾ ਰਿਹਾ। ਇਹ ਸਿੱਖ ਧਰਮ ਦੀ, ਇਸਲਾਮ ਦੇ, ਉਸ ਤੋਂ ਪਹਿਲਾਂ ਵੀ ਉਹੀ ਸਟਰਕਚਰ ਰਹਿੰਦਾ ਹੈ। ਸੋ ਨਵੇਂ ਨਵੇਂ ਖਿਲਾੜੀ ਆ ਜਾਂਦੇ ਨੇ ਪਰ ਪੈਟਰਨ ਉਹਨਾਂ ਦੇ ਉਹੀ ਰਹਿੰਦੇ ਨੇ। ਜਦੋਂ ਲਿਖ ਕੇ ਵੀ ਮੈਂ ਇਹੀ ਗੱਲ ਸਮਝ ਗਿਆ ਸੀਗਾ, ਫਿਰ ਮੈਨੂੰ ਲੱਗਿਆ ਨਹੀਂ ਕਿ ਮੈਂ ਇਹਨਾਂ ਇਲੈਕਸ਼ਨਾਂ ਚ ਆ ਕੇ ਫਿਰ ਦੁਬਾਰਾ ਉਹੀ ਚੀਜ਼ਾਂ, ਦੁੱਖ ਵੀ ਹੁੰਦਾ,
ਮੈਨੂੰ ਆਪ ਮੈਂ ਡਿਪਰੈਸ਼ਨ ਵੀ ਹੋ ਗਿਆ ਸੀਗਾ ਕਿਤਾਬ ਤੇ ਕੰਮ ਕਰਦੇ ਕਰਦੇ, ਕਿਉਂਕਿ ਜਦੋਂ ਤੁਸੀਂ ਭਾਵੇਂ ਖੇਤੀ ਸੰਕਟ ਦੇ ਜਿਹੜੇ ਜਿਹੜੇ ਸੁਸਾਈਡ ਦੇ ਘਰੇ ਜਾਂਦੇ ਹੋ, ਜਾਂ ਭਾਵੇਂ ਮਿਲੀਟੈਂਸੀ ਦੇ ਜਿਹੜੇ ਐਕਸਟਰਾ ਜੁਡੀਸ਼ੀਅਲ ਜਿਨ੍ਹਾਂ ਦੀ ਕਿਲਿੰਗ ਹੋਈ ਹੈ ਉਹਨਾਂ ਦੇ ਘਰੇ ਜਾਂਦੇ ਹੋ, ਜਦੋਂ ਤੁਸੀਂ ਹੋਰ ਤਰਾਸਦੀਆਂ ਦੇਖਦੇ ਹੋ, ਜਦੋਂ ਤੁਸੀਂ ਅਨਐਮਪਲੋਇਮੈਂਟ ਦੇਖਦੇ ਹੋ, ਜਦੋਂ ਤੁਸੀਂ ਨਸ਼ਾ ਦੇਖਦੇ ਹੋ, ਇੰਨਾ ਕੁਝ ਟੁੱਟ ਰਿਹਾ ਦੇਖਦੇ ਹੋ ਤੁਸੀਂ ਪੰਜਾਬ ਤੇ, ਮੈਂ ਤਾਂ ਮੇਰੇ ਆਪਣੀ ਜ਼ਿਹਨ 'ਚ ਵੀ ਆ ਗਈ ਉਹ ਗੱਲ, ਮੈਂ ਵੀ ਸੈਡ ਰਹਿਣ ਲੱਗ ਗਿਆ, ਮੈਂ ਵੀ ਡਿਪਰੈਸ਼ਨ ਚਲਾ ਗਿਆ। ਚਲੋ, ਪਰ ਹੁਣ ਤਾਂ ਮੈਨੂੰ ਸਮਝ ਆਉਂਦੀ ਹੈ ਕਿ ਮੇਰੀ ਫਿਤਰਤ ਹੀ ਹੈ ਕਿ ਕਿਤਾਬ ਤੇ ਕੰਮ ਕਰਨ ਲੱਗਿਆ ਮੈਂ ਡਿਪਰੈਸ ਹੋ ਜਾਂਦਾ, ਫਿਰ ਕਿਤਾਬ ਲਿਖ ਕੇ ਮੈਂ ਡਿਪਰੈਸ਼ਨ ਚੋਂ ਬਾਹਰ ਆਉਂਦਾ। ਉਹ ਹੁਣ ਉਹ ਮੇਰਾ 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 ਲਿਖਣਾ ਇਸ ਕਰਕੇ ਜ਼ਰੂਰੀ ਹੈ ਤਾਂ ਕਿ ਮੈਂ ਆਪਣੇ ਆਪ ਨੂੰ ਬਚਾ ਕੇ ਰੱਖਾਂ, ਨਹੀਂ ਤਾਂ ਮੈਂ ਖਰਾਬ ਹੋ ਜਾਊਗਾ। ਪਰ ਮੈਨੂੰ ਲੱਗਿਆ ਕਿ ਕੋਈ ਜ਼ਿਆਦਾ ਫਰਕ ਨਹੀਂ ਪਊਗਾ। ਹਾਂ, ਜਿਹੜੇ ਰਿਜ਼ਲਟ ਆਏ ਨੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਹੈਰਾਨ ਕੀਤਾ, ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਕਿ ਵਾਹ ਇੰਨੀ ਵੱਡੀ ਮੈਜੋਰਿਟੀ, ਇੰਨੇ ਤਗੜੇ ਤਰੀਕੇ ਨਾਲ ਧੱਕਤਾ ਦੋ ਟ੍ਰੈਡੀਸ਼ਨਲ ਪਾਰਟੀਆਂ ਨੂੰ। ਪਰ ਜਿਵੇਂ ਹੁਣ 15 ਦਿਨ ਹੋ ਗਏ ਨੇ ਗਵਰਨਮੈਂਟ ਬਣੀ ਨੂੰ, ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਆ ਰਹੀ ਹੈ, ਚੰਗੇ ਹੋਏ ਆ, ਕੁਝ ਮਾੜੇ ਵੀ ਹੋਏ ਜੀ। ਤੇ ਹਜੇ ਮੇਰਾ ਖਿਆਲ ਹੈ ਥੋੜਾ ਅਰਲੀ ਸਟੇਜ ਹੈਗੀ ਆ, ਆਪਾਂ ਜੱਜ ਨਾ ਕਰੀਏ। ਪਰ ਇੱਕ ਦੋ ਗੱਲਾਂ ਜਿਹੜੀਆਂ ਪਰਮਾਨੈਂਟ ਹੁੰਦੀਆਂ, ਜਿਵੇਂ ਰਾਜ ਸਭਾ ਦੀ ਨੋਮੀਨੇਸ਼ਨ ਹੈ ਨਾ, ਇਹਦੇ ਚ ਹੁਣ ਆਪਾਂ ਕੰਟੈਂਪਰੇਰੀ ਦੀ ਗੱਲ ਆਪਾਂ ਕਿਤਾਬ ਤੇ ਰੱਖਾਂਗੇ, ਬਟ ਇੱਕ ਟਿੱਪਣੀ ਜਿਹੜੀ ਬਹੁਤ ਲੋਕਾਂ ਨੇ ਕਿਹਾ ਪੁਰਾਣਿਆਂ ਨੇ ਕਿਹੜਾ ਕੁਝ ਕਰਤਾ ਸੀਗਾ ਰਾਜ ਸਭਾ ਜਾ ਕੇ, ਜਾਂ ਰਵਾਇਤੀ ਪਾਰਟੀਆਂ ਕੀ ਐ ਨਹੀਂ ਸੀ ਕਰਦੀਆਂ। ਪਰ ਗੱਲ ਉਹ ਨਹੀਂ ਨਾ ਹੈਗੀ, ਗੱਲ ਤਾਂ ਇਹ ਹੈਗੀ ਕਿ ਆਮ ਆਦਮੀ ਪਾਰਟੀ ਨੇ ਤਾਂ ਕਿਹਾ ਸੀ ਅਸੀਂ ਬਦਲਾਵ ਲਿਆਵਾਂਗੇ, ਤੇ ਫਿਰ ਜੇ ਉਹੀ ਕੰਮ ਕਰ ਰਹੇ ਨੇ ਤੇ ਫਿਰ ਕਹਿਣਾ ਬਣਦਾ ਉਹਨਾਂ ਨੂੰ। ਹੁਣ ਜਿਵੇਂ ਮੈਂ ਹੈਰਾਨ ਹੋਇਆ, ਕੱਲ ਭਗਵੰਤ ਮਾਨ ਜੀ ਨੇ ਕਿਹਾ ਕਿ ਅਸੀਂ ਸੈਂਟਰ ਦਾ ਵਿਰੋਧ ਕਰਾਂਗੇ, ਚੰਡੀਗੜ੍ਹ ਦੇ ਜਿਹੜੇ ਸਰਵਿਸ ਲਾਜ਼ ਚੇਂਜ ਹੋ ਰਹੇ ਨੇ, ਪਰ ਵਾਕਈ ਕਰਨਗੇ, ਕਿੰਨੀ ਦੂਰ ਤਾਈਂ ਕਰਨਗੇ, ਭਾਖੜਾ ਮੈਨੇਜਮੈਂਟ ਬੋਰਡ ਤੇ ਕੀ ਹੈ, ਵਾਕਈ ਪਾਣੀਆਂ ਤੇ ਦੁਬਾਰਾ ਆ ਜਾਈਏ ਤੇ ਫਿਰ ਪਾਣੀਆਂ ਤੇ ਕੀ ਸਟੈਂਸ ਹੈ, ਉਹ ਸਾਰਾ ਕੁਝ ਹੀ ਹਜੇ ਦੇਖੋ। ਹਜੇ ਮੈਨੂੰ ਪਤਾ ਨਹੀਂ ਹੈ ਪਾਰਟੀ ਕੀ ਕਰੂਗੀ ਕੀ ਨਹੀਂ, ਪਰ 2 ਸਾਲਾਂ 'ਚ ਪਤਾ ਲੱਗ ਵੀ ਜਾਊਗਾ ਆਪਾਂ ਨੂੰ। ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਪੰਜਾਬ ਨੂੰ ਇੱਕ ਮਿਸਾਲ ਦੇ ਤੌਰ ਤੇ ਪੇਸ਼ ਕਰਨ ਤਾਂ ਕਿ ਹਿੰਦੁਸਤਾਨ ਭਰ ਵਿੱਚ ਉਹ ਫੈਲ ਸਕਣ। ਪਰ ਉਸ ਵਿੱਚ ਵੀ ਤੁਸੀਂ ਹਿਸਟਰੀ ਦੇਖ ਲਓ, ਕਿਉਂਕਿ 3000 ਸਾਲਾਂ ਤੋਂ ਸੈਂਟਰਲ ਏਸ਼ੀਅਨਸ, ਹੂਨਸ, ਮੰਗੋਲਸ, ਪਰਸ਼ੀਅਨਸ, ਇਹ ਸਾਰੇ ਇਸ ਲਾਰਜਰ ਜਿਹੜਾ ਉਪਦਵੀਪ ਹੈਗਾ ਭਾਰਤ, ਜਿਹਨੂੰ ਹੁਣ ਆਪਾਂ ਦੇਸ਼ ਕਹਿੰਦੇ ਆ, ਪੰਜਾਬ ਚੋਂ ਲੰਘ ਕੇ ਹੀ ਇੱਥੇ ਆਏ ਨੇ ਸਾਰੇ। ਤੇ ਇਹ ਅੱਜ ਕੱਲ ਦੇ ਧਰਮਾਂ ਤੋਂ ਪਹਿਲਾਂ ਦੀ ਗੱਲ ਹੈ, ਇਹ ਸਿੱਖੀ ਤੋਂ ਪਹਿਲਾਂ ਦੀ ਗੱਲ ਹੈ, ਇਸਲਾਮ ਤੋਂ ਪਹਿਲਾਂ ਦੀ ਗੱਲ ਹੈ, ਈਸਾਈ ਧਰਮ ਤੋਂ ਵੀ ਪਹਿਲਾਂ ਦੀ ਗੱਲ ਹੈ, ਬੌਧ ਧਰਮ ਤੋਂ ਵੀ ਪਹਿਲਾਂ ਦੀ ਗੱਲ ਹੈ ਐਕਚੁਅਲੀ। ਤੇ ਮਤਲਬ ਇਹੀ ਹੈ ਕਿ ਹੁਣ ਜਿਹੜੀ ਨਵੀਂ ਪੋਲਿਟਿਕਸ ਤਿਆਰ ਹੋ ਰਹੀ ਹੈ, ਜੇ ਇਹ ਪਾਰਟੀ ਫੈਲਦੀ ਹੈ ਹਿੰਦੁਸਤਾਨ ਭਰ ਵਿੱਚ, ਤਾਂ ਉਹਦੇ ਮੁੱਢ ਵੀ ਪੰਜਾਬ ਹੀ ਕਰਦਾ। ਮੈਨੂੰ ਤਾਂ ਲੱਗਦਾ ਕਿ ਪੰਜਾਬ ਦੀ ਹਿਸਟਰੀ ਤਾਂ ਬਹੁਤ, ਤਾਂ ਹੀ ਮੈਂ ਸ਼ੁਰੂ 'ਚ ਇਹੀ ਕਿਹਾ ਨਾ ਕਿ ਇਹ ਤਾਂ ਅਥਾਹ ਸਾਗਰ ਹੈ। ਇਹ ਸਾਡੀ ਤਰਾਸਦੀ ਹੈ ਕਿ ਅਸੀਂ ਹੁਣ ਵੰਡੇ ਹੋਏ ਹਾਂ, ਪਾਕਿਸਤਾਨ ਉੱਧਰ ਰਹਿ ਗਿਆ, ਹਿੰਦੁਸਤਾਨ ਇੱਧਰ ਆ ਗਿਆ, ਅਸੀਂ ਆਪਣੀ ਕਹਾਣੀਆਂ ਨਹੀਂ ਬਣਾ ਪਾ ਰਹੇ। ਜਿਵੇਂ ਤੁਸੀਂ ਪਾਤਰ ਸਾਹਿਬ ਨੂੰ ਕੋਟ ਕੀਤਾ ਸੀਗਾ, ਸ਼ਬਦ ਜੁੜਦੇ ਨੇ, ਲਾਈਨਾਂ ਜੁੜਦੀਆਂ ਨੇ, ਕਹਾਣੀਆਂ ਕਦੋਂ ਜੁੜਨਗੀਆਂ ਸਾਡੀਆਂ? ਜਾਂ ਜਿਹੜੇ ਪੰਜਾਬ ਦੇ ਪੈਰਾਡੌਕਸਸ ਨੇ, ਜਿਹੜੇ ਵਿਰੋਧਾਭਾਸ ਨੇ, ਉਹਨਾਂ ਨੂੰ ਜੋੜ ਕੇ ਜਾਂ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਜੁੜਤ ਦੇ ਵਿੱਚੋਂ ਵੀ ਕੋਈ ਇਹਦਾ ਨਵਾਂ ਅਰਥ ਨਿਕਲ ਸਕਦਾ ਜਾਂ ਨਹੀਂ। ਹੁਣ ਇਹ ਤੁਸੀਂ ਬਿਲਕੁਲ, ਜੇ ਹਿਸਟਰੀ ਥੋੜੀ ਜਿਹੀ ਡਿਫਰੈਂਟ ਹੋਈ ਹੁੰਦੀ, ਜੇ ਅੰਗਰੇਜ਼ਾਂ ਨੇ ਨਹੀਂ ਕੀਤਾ ਹੁੰਦਾ ਜੋ ਇਹਨਾਂ ਨੇ ਕੀਤਾ ਪਾਰਟੀਸ਼ਨ ਤੇ ਦੇਖੋ ਕਿਹੜੀਆਂ ਕੌਮਾਂ ਨਾਲ ਕੀਤਾ ਇਹਨਾਂ ਨੇ, ਸਾਡੇ ਨਾਲ ਕੀਤਾ ਤੇ ਬੰਗਾਲੀਆਂ ਨਾਲ ਕੀਤਾ। ਅਸੀਂ ਜੁਝਾਰੂ ਲੋਕ ਸੀਗੇ ਹਨਾ, ਸਾਨੂੰ ਹੀ ਵੰਡਤਾ ਇਹਨਾਂ ਨੇ ਆਪਸ 'ਚ। ਇਹ ਲਾਰਜਰ ਪੋਲਿਟਿਕਸ ਚੱਲ ਰਹੀ ਹੈ ਸਾਊਥ ਏਸ਼ੀਆ ਦੀ, ਨਹੀਂ ਤਾਂ ਇੱਕ ਹੋਰ ਸ਼ਾਇਦ ਇੰਡੀਪੈਂਡੈਂਟ ਸਟੇਟ ਹੁੰਦਾ, ਸ਼ਾਇਦ ਹੋਰ ਕੰਟਰੀ ਹੁੰਦਾ, ਕਹਿ ਨਹੀਂ ਸਕਦੇ ਕੀ ਹੁੰਦਾ। ਪਰ ਉਹ ਧਰਮ ਦੇ ਨਾਂ ਤੇ ਵੰਡ ਕੇ ਸਾਨੂੰ ਫਿਰ ਸਾਡੀਆਂ ਤਾਂ ਜੜ੍ਹਾਂ ਕੱਟਦੀਆਂ ਨਾ। ਹੁਣੇ ਤੁਸੀਂ ਧਰਮ ਦੀ ਗੱਲ ਕੀਤੀ ਤੇ ਆਪਾਂ ਗੱਲ ਤੁਰੀਏ ਤੇ ਕਰ ਲੈਂਦੇ ਆ ਕਿ ਧਰਮ ਵਰਗੇ ਸੰਵੇਦਨਸ਼ੀਲ ਵਿਸ਼ੇ ਦੇ ਉੱਤੇ ਲਿਖਣਾ ਔਰ ਉਹਨੂੰ ਡਾਕੂਮੈਂਟ ਕਰਨਾ ਬੜਾ ਸਾਹਸ ਦਾ ਕੰਮ ਹੁੰਦਾ, ਤੇ ਅਸੀਂ ਧਰਮ ਸ਼ਬਦ ਨਹੀਂ ਵਰਤਿਆ, ਆਸਥਾ ਵਰਤਿਆ। ਤੇ ਉਹ ਮੈਨੂੰ ਖੁਦ ਨੂੰ ਵੀ ਕਦੇ ਕਦੇ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਪੰਜਾਬ ਧਾਰਮਿਕ ਨਹੀਂ, ਧਰਮੀ ਜ਼ਿਆਦਾ ਹੈ।
ਤੇ ਜਦੋਂ ਆਪਾਂ ਧਰਮੀ ਹੁੰਨੇ ਆ, ਇਹ ਸਾਡੇ ਜਿਹੜੇ ਸਾਡੇ ਸੰਬੋਧਨ ਵੀ ਕਹਿੰਦੇ ਨੇ, ਸਾਡੇ ਲੋਕ ਗੀਤ ਵੀ ਕਹਿੰਦੇ ਨੇ, ਜਿਨ੍ਹਾਂ ਦੇ ਵਿੱਚ ਸਾਡੇ ਰਿਸ਼ਤੇ ਨੇ ਧਰਮੀ ਬਾਬਲ, ਧਰਮ ਦੀ ਭੈਣ। ਤੇ ਮੈਨੂੰ ਇਉਂ ਲੱਗਦਾ ਕਿ ਜਿਹੜਾ ਧਰਮੀ ਹੋਣਾ ਹੁੰਦਾ, ਉਹ ਮਨੁੱਖੀ ਮਾਨ ਸਨਮਾਨ ਨੂੰ ਬਹਾਲ ਕਰਾਉਣਾ ਜਾਂ ਯਕੀਨੀ ਕਰਾਉਣ ਦਾ ਇੱਕ ਵਚਨ ਹੁੰਦਾ ਹੈਗਾ, ਤੇ ਜਿਹੜੀ ਧਾਰਮਿਕਤਾ ਉਹ ਕਿਤੇ ਵੱਖਰੀ ਆ। ਤੇ ਮੈਨੂੰ ਲੱਗਦਾ ਪੰਜਾਬ ਧਰਮੀ ਵੱਧ ਆ। ਇਹ ਪੰਜਾਬ ਵਸਦਾ ਗੁਰੂਆਂ ਦੇ ਨਾਂ ਤੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਪਰ ਹੁਣ ਇਹਦਾ ਕਿਵੇਂ ਆਨਸਰ ਕੀਤਾ ਜਾ ਸਕਦਾ? ਮੈਨੂੰ ਲੱਗਦਾ ਹੈ ਕਿ ਜਿਹੜੀ ਪੰਜਾਬੀਅਤ ਹੈ ਉਹ ਇਸ ਧਰਤੀ ਦੇ ਇਸ ਲੋਕਾਂ ਵਾਸਤੇ ਉਹ ਸਾਡੇ ਬੇਸ ਹੈਗਾ, ਤੇ ਉਸਦੇ ਉੱਤੇ ਅਲੱਗ-ਅਲੱਗ ਧਰਮ ਆ ਕੇ ਲੱਗੇ ਹੋਏ ਨੇ। ਬਹੁਤ ਕੁਝ ਹੋਇਆ ਹਿਸਟਰੀ ਵਿੱਚ ਤਾਂ, ਪਰ ਇਹਨਾਂ ਚੋਂ ਤੁਸੀਂ ਕੋਈ ਇੱਕ ਆਈਡੈਂਟੀਟੀ ਨੂੰ ਚੂਜ਼ ਕਰ ਲੈਣਾ, ਮੈਨੂੰ ਲੱਗਦਾ ਕਿ ਤੁਸੀਂ ਆਪਣੇ ਆਪ ਨੂੰ ਹੀ ਕੱਟ ਲੈਣਾ ਹੁੰਦਾ। ਜੇ ਦੋਵੇਂ ਆਈਡੈਂਟੀਟੀਜ਼, ਚਾਰੇ ਆਈਡੈਂਟੀਟੀਜ਼ ਨੂੰ ਤੁਸੀਂ ਐਕਸੈਪਟ ਕਰ ਲਓ ਤਾਂ ਤੁਹਾਡੇ ਤੋਂ ਸਾਰੇ ਅੰਗ ਨੇ ਨਾ। ਤੇ ਕਿਤਾਬ 'ਚ ਸ਼ੁਰੂ ਤੋਂ ਹੀ ਆਹੀ ਫੋਕਸ ਰਿਹਾ ਮੇਰਾ ਕਿ ਬਹੁਤ ਕੁਝ ਹੋਇਆ ਹੈ, ਪਰ ਜਿੱਥੇ ਅਸੀਂ ਪਹੁੰਚ ਗਏ ਹਾਂ, ਜੇ ਇੱਥੋਂ ਅਸੀਂ ਸ਼ੁਰੂ ਕਰਨਾ ਹੋਵੇ ਦੁਬਾਰਾ ਉਸਾਰਨਾ ਆਪਣੇ ਆਪ ਨੂੰ, ਤੇ ਆਪਸ ਵਿੱਚ ਸਾਨੂੰ ਇੱਕ ਦੂਜੇ ਨਾਲ ਮਿਲ ਬੈਠ ਕੇ ਸਮਝ ਕੇ ਇੱਕ ਬਣਨਾ ਜ਼ਰੂਰੀ ਹੋਊਗਾ ਦੁਬਾਰਾ। ਉਹ ਇਕਾਗਰਤਾ ਇੱਕ ਲੈਵਲ ਤੇ ਆਪਾਂ ਨੂੰ ਅੰਦੋਲਨ 'ਚ ਦਿਖ ਵੀ ਗਈ ਸੀ, ਪਰ ਹਜੇ ਵੀ ਬਹੁਤ ਸਾਰੇ ਡਿਫਰੈਂਸਿਸ ਹੈਗੇ ਨੇ, ਤੇ ਉਹਨਾਂ ਨੂੰ ਜੇ ਆਪਾਂ ਬ੍ਰਿਜ ਕਰੀਏ ਤਾਂ ਸ਼ਾਇਦ ਆਪਣੀ ਕੋਈ ਆਵਾਜ਼ ਬਣ ਸਕੇ। ਜੇ ਨਾ ਬ੍ਰਿਜ ਕਰੀਏ ਤਾਂ ਫਿਰ ਤਾਂ ਆਪਾਂ ਰੁਲ ਹੀ ਰਹੇ ਹੈਗੇ। ਖਾਸ ਕਰ ਜਿਹੜਾ ਮਾਡਰਨ ਸਟੇਟ ਕਹਿੰਦੇ ਆ ਜਿਹਨੂੰ ਆਪਾਂ, ਇਹਦੇ ਵਿੱਚ ਤਾਂ ਆਪਾਂ ਨੂੰ ਜ਼ਿਆਦਾ ਸੱਟਾਂ ਵੱਜੀਆਂ ਨੇ। ਪਹਿਲਾਂ ਤਾਂ ਆਪਾਂ ਚਲੋ ਫੇਰ ਵੀ ਕੋਈ ਤਰੀਕੇ ਸੀਗੇ, ਸਾਡੇ ਗੁਰੂਆਂ ਦੀ ਦਿੱਤੀ ਹੋਈ ਬਖਸ਼ਿਸ਼ ਸੀਗੀ। ਤੋਂ ਪਹਿਲਾਂ ਇੱਕ ਹੋਰ ਕਲਚਰ ਸੀਗਾ, ਪੈਸਟੋਰਲ ਕਲਚਰ ਸੀਗਾ ਸਾਡਾ, ਸੂਫੀ ਸੀ, ਨਾਥ ਸੀ। ਪਰ ਹੁਣ ਤਾਂ ਮਾਡਰਨ ਸਟੇਟ ਵਿੱਚ ਤੁਸੀਂ ਧਰਮ ਨੂੰ ਵੈਸੇ ਤਾਂ ਮੰਨਣਾ ਨਹੀਂ ਹੈਗਾ, ਪਰ ਹੁਣ ਇੱਕ ਹੋਰ ਲੈਵਲ ਤੇ ਤੁਸੀਂ ਧਾਰਮਿਕ ਬਣਾਈ ਜਾਂਦੇ ਹੋ ਪੂਰੇ ਦੇਸ਼ ਨੂੰ। ਉਹਦੇ 'ਚ ਤਾਂ ਅਸੀਂ ਫਿਰ ਬਹੁਤ ਛੋਟੀ ਮਾਈਨੋਰਿਟੀ ਹੋ ਗਏ ਨਾ। ਇਹ ਵਿਡੰਬਨਾ ਹੈ ਨਾ ਕਿ ਜਿਹੜੇ ਸੈਕੂਲਰਿਸਟ ਸਾਨੂੰ ਗਿਆਨ ਦਿੰਦੇ, ਮੈਨੂੰ ਘੱਟੋ ਘੱਟ 80s ਵਿੱਚ ਜਿਹੜੇ ਗਿਆਨ ਦਿੰਦੇ ਹੁੰਦੇ ਸੀਗੇ, ਉਹ ਸਾਰੇ ਜਾ ਕੇ ਹੁਣ ਬੀਜੇਪੀ ਨਾਲ ਜੁੜ ਗਏ ਨੇ। ਆਹ ਮਤਲਬ ਤੁਹਾਡੇ ਸੈਕੂਲਰਿਜ਼ਮ ਦਾ ਸਵਾਲ ਹੀ ਪੁੱਛਣੇ ਆਪਣੇ ਆਪ ਨੂੰ। ਤੇ ਪੰਜਾਬ ਨੂੰ ਤਾਂ ਸਮੁੱਚਤਾ ਤੇ ਸਮਗਰਤਾ ਤੋਂ ਬਿਨਾਂ ਆਪਾਂ ਡਿਫਾਈਨ ਹੀ ਨਹੀਂ ਕਰ ਸਕਦੇ, ਤੇ ਇਹ ਕਿੱਡੀ ਵੱਡਾ ਧੋਖਾ ਹੈ। ਮੇਰਾ ਇਹ ਵਿਸ਼ਵਾਸ ਹੈਗਾ, ਕਿਉਂਕਿ ਇਹ ਸਾਰੇ ਸਾਨੂੰ ਪਾੜਨ ਦੀ ਕੋਸ਼ਿਸ਼ ਕਰਦੇ ਨੇ, ਸਾਨੂੰ ਕਿਸੇ ਨਾ ਕਿਸੇ ਕੈਟੇਗਰੀ ਵਿੱਚ ਪਾ ਕੇ ਬਸ ਵੋਟ ਲੈ ਲਓ ਸਾਡੀ, ਕੰਮ ਸਾਡਾ ਕੋਈ ਨਹੀਂ ਕਰਨਾ, ਕਿਸੇ ਨੇ ਨਹੀਂ ਕਰਨਾ, 70 ਸਾਲਾਂ ਤੋਂ ਕਿਸੇ ਪਾਰਟੀ ਨੇ ਨਹੀਂ ਕਰਨਾ, ਪਰ ਆ ਪੋਲਿਟਿਕਸ ਸਾਡੀ ਹੋਰ ਤੀਵਰ ਹੁੰਦੀ ਰਹਿੰਦੀ ਹੈ। ਤੇ ਇਹ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਹੈਗਾ। ਮੇਰਾ ਖਿਆਲ ਹੈ ਡੈਮੋਕ੍ਰੇਸੀ ਜਿਸ ਹਿਸਾਬ ਨਾਲ ਪ੍ਰੈਕਟਿਸ ਕੀਤੀ ਜਾਂਦੀ ਹੈ ਹਿੰਦੁਸਤਾਨ ਵਿੱਚ ਤੇ ਪੰਜਾਬ ਵਿੱਚ, ਇਹ ਹੁਣ ਜਿਹੜੇ ਇਲੈਕਟੋਰਲ ਪੋਲਿਟਿਕਸ ਹੈਗੀ ਹੈ, ਇਹੀ ਡੈਮੋਕ੍ਰੇਸੀ ਦੀ ਸਭ ਤੋਂ ਵੱਡੀ ਵਿਘਨ ਪਾ ਰਹੀ ਹੈ। ਅਸਲੀ ਡੈਮੋਕ੍ਰੇਸੀ ਤਾਂ ਇੱਕ ਸਪਿਰਿਟ ਹੁੰਦੀ ਹੈ ਨਾ, ਉਹ ਤਾਂ ਆਪਾਂ ਕਰ ਨਹੀਂ ਰਹੇ, ਆਪਾਂ ਬਸ ਆਹੀ ਵੋਟ ਪੋਲਿਟਿਕਸ ਹੀ ਕਰਦੇ ਰਹੇ। ਤੇ ਜਿੰਨੀਆਂ ਸਾਡੀਆਂ ਤਰਾਸਦੀਆਂ ਹੋਈਆਂ, ਤੇ ਆਸਥਾ ਚੈਪਟਰ ਦਾ ਨਾਮ ਦੇਣਾ ਇਸੇ ਕਰਕੇ ਜ਼ਰੂਰੀ ਸੀਗਾ, ਕਿਉਂਕਿ ਮੇਰੀ ਅੰਡਰਸਟੈਂਡਿੰਗ ਸੀਗੀ ਕਿ ਰੂਸੋ ਨੇ ਜਦੋਂ ਸੋਸ਼ਲ ਕੰਟਰੈਕਟ ਦਾ ਆਈਡੀਆ ਦਿੱਤਾ ਸੀਗਾ ਮਾਡਰਨ ਡੈਮੋਕ੍ਰੇਸੀ ਵਾਸਤੇ, ਉਹਦੇ ਵਿੱਚ ਉਹਨੇ ਕਿਹਾ ਸੀਗਾ ਕਿ ਜਿਹੜਾ ਸਿਟੀਜ਼ਨ ਹੈ ਤੇ ਜਿਹੜਾ ਸਟੇਟ ਹੈ, ਉਹ ਆਪਸ ਵਿੱਚ ਇੱਕ ਕੰਟਰੈਕਟ ਬਣਾਉਂਦਾ। ਮੇਰੀ ਲਾਈਫ ਦੀ ਸੈਂਟਰਲ ਇਨਸੀਡੈਂਟ, ਮੈਂ ਕੱਲ ਹੀ ਰਾਤ 83 ਮੂਵੀ ਦੇਖ ਰਿਹਾ ਸੀਗਾ, ਤੇ ਮੈਂ ਇੱਕ ਪੋਸਟ ਵੀ ਲਿਖ ਰਿਹਾ ਸੀਗਾ, ਮੈਂ ਹਜੇ ਵੀ ਕਤਰਾ ਰਿਹਾ ਪਾਉਣ ਤੋਂ, ਕਿ 83 ਵਿੱਚ ਹਿੰਦੁਸਤਾਨ ਕਿਹੋ ਜਿਹਾ ਸੀ ਤੇ 84 ਚ ਮੇਰੇ ਜੀਵਨ ਦਾ ਸਭ ਤੋਂ ਵੱਡਾ ਕਹਾਣ ਤਾਂ ਉੱਥੇ ਹੀ ਹੁੰਦਾ, ਕਿਉਂਕਿ ਹਰਮੰਦਰ ਸਾਹਿਬ ਤੇ ਅਟੈਕ ਹੁੰਦਾ। ਉਧਰ ਮੇਰੇ ਪੇਰੈਂਟਸ ਉੜੀਸਾ ਵਿੱਚ ਸੀਗੇ, ਮੈਂ ਪੰਜਾਬ ਵਿੱਚ ਸੀਗਾ। 7 ਹਫ਼ਤੇ ਅਸੀਂ ਇੱਕ ਦੂਜੇ ਬਾਰੇ, ਸਾਨੂੰ ਪਤਾ ਹੀ ਨਹੀਂ ਸੀਗਾ ਅਸੀਂ ਜਿਉਂਦੇ ਹਾਂ, ਮਰਦੇ ਹਾਂ, ਕੀ ਕਰਦੇ ਹਾਂ। ਤੇ ਬਾਅਦ ਚ ਜਿੰਨੀ ਪੋਲਿਟਿਕਸ ਹੋਈ ਹੈ, ਸਿੱਖਾਂ ਦੀ ਜਿਹੜੀ ਤਰਾਸਦੀਆਂ ਹੋਈਆਂ ਨੇ, ਤੇ ਜਿਹੜਾ ਪੰਜਾਬ ਜਿਵੇਂ ਰੁਲਿਆ ਹੈਗਾ 15 ਸਾਲ ਚੱਲਦਾ ਰਿਹਾ, ਜਿਹਨੂੰ ਆਪਾਂ ਡਾਰਕ ਈਅਰਸ ਕਹਿੰਦੇ ਆ ਪੰਜਾਬ 'ਚ,
ਇਹ ਸਾਰਾ ਕਿਉਂ ਹੋਣਾ ਸੀਗਾ? ਮਤਲਬ ਇਹ ਵਿੱਚ ਤੁਸੀਂ ਪੋਲਿਟਿਕਸ ਹੀ ਖੇਡੀ ਸਾਡੇ ਨਾਲ, ਜਿਵੇਂ ਤੁਸੀਂ ਪਹਿਲਾਂ ਕਹਿ ਰਹੇ ਸੀ ਕੋਈ ਖੇਡ ਜਾਂਦਾ ਹੈ ਪੰਜਾਬ ਨਾਲ। ਇਹ ਇੱਕ ਬਹੁਤ ਬਹੁਤ ਵੱਡਾ ਸੈਂਟੀਮੈਂਟ ਹੈ ਪੰਜਾਬ ਦੇ ਅੰਦਰ। ਦੂਜਾ ਹੈਗਾ ਕਿ ਅਸੀਂ ਤਾਂ ਬਸ ਇਹਨਾਂ ਨੂੰ ਅੰਨ ਬਣਾ ਕੇ ਦੇਣ ਵਾਲੀ ਇਹਨਾਂ ਦੀ ਕਾਲੋਨੀ ਬਣ ਕੇ ਰਹਿ ਗਈ। ਇਹ ਜਿਹੜੇ ਜਿਵੇਂ ਟੁੱਟ ਰਿਹਾ ਨਾ, ਤੇ ਇਹ ਤੋੜ ਮੇਰਾ ਖਿਆਲ ਹੈ ਉਸ ਸੋਸ਼ਲ ਕੰਟਰੈਕਟ ਦਾ ਉਦੋਂ ਹੋਇਆ ਸੀਗਾ, ਆਪਰੇਸ਼ਨ ਬਲੂ ਸਟਾਰ। ਤੇ ਲੋਕਾਂ ਨੂੰ ਇਹ ਆਸਥਾ ਟੁੱਟ ਗਈ ਸੀਗੀ ਸਟੇਟ ਵਿੱਚ ਕਿ ਸਟੇਟ ਸਾਡੀ ਰਾਖੀ ਕਰੇਗਾ। ਤਾਂ ਹੀ ਉਸ ਚੈਪਟਰ ਦਾ ਨਾਮ ਵੀ ਆਸਥਾ ਜੀ। ਰੋਗ ਹੈ ਪੰਜਾਬ ਦਾ ਰੋਗ ਇਹ ਹੈਗਾ ਕਿ ਇਹ ਸਿਸਟਮ ਦੇ ਉੱਤੇ ਵਿਸ਼ਵਾਸ ਨਹੀਂ ਕਰ ਸਕਦੇ। ਸਿਸਟਮ ਸਾਡਾ ਬਣ ਨਹੀਂ ਰਿਹਾ ਹੈ ਜਾਂ ਕਿ ਅਸੀਂ ਉਸ ਤੇ ਵਿਸ਼ਵਾਸ ਕਰੀਏ। ਇਹਨਾਂ ਇਲੈਕਸ਼ਨਾਂ 'ਚ ਦੇਖ ਲਓ, ਪਿਛਲੇ ਵਾਰੀ ਤਾਂ ਫਿਰ ਵੀ ਕੁਝ ਅਲੱਗ ਪਿੱਚ ਸੀਗੀ ਸਾਰੀਆਂ ਪਾਰਟੀਆਂ ਦੀ। ਇਸ ਇਲੈਕਸ਼ਨ ਵਿੱਚ ਤਾਂ ਨਾ ਪੁਰਾਣੇ ਰਵਾਇਤੀ ਮੁੱਦੇ ਜਿਹੜੇ ਪੰਜਾਬ ਦੇ ਹੈਗੇ ਨੇ 50 ਸਾਲਾਂ ਤੋਂ ਖੜੇ ਨੇ, ਪਾਣੀਆਂ ਦਾ ਮੁੱਦਾ ਤੇ ਸਭ ਕੁਝ, ਨਾ ਉਹ ਉੱਠਿਆ, ਨਾ ਨਵੇਂ ਮੁੱਦੇ ਉੱਠੇ। ਆ ਡੀਮੋਨਟਾਈਜੇਸ਼ਨ ਨਾਲ ਕੀ ਹੋਇਆ, GST ਨਾਲ ਕੀ ਹੋਇਆ, ਕਿਸਾਨੀ ਜਿਹੜੇ ਕਾਨੂੰਨ ਹੋਏ ਸੀ ਇਹਨਾਂ ਨਾਲ ਕੀ ਹੋਇਆ। ਬਸ ਆਪਸ ਵਿੱਚ ਪੰਜੇ ਪਾਰਟੀਆਂ, ਪੰਜ ਸੀਗੀਆਂ, ਪੰਜੇ ਇੱਕ ਦੂਜੇ ਨੂੰ ਬਸ ਗਾਲਾਂ ਹੀ ਕੱਢ ਰਹੀਆਂ ਸੀ। ਇੱਥੇ ਕਾ ਕੇ ਸਾਡਾ ਡਾਇਲੋਗ ਰੁਕਿਆ ਹੋਇਆ ਸੀ। ਹੁਣ ਇੱਕ ਵੱਡਾ ਹੁੰਗਾਰਾ ਇੱਕ ਪਾਰਟੀ ਨੂੰ ਮਿਲਿਆ, ਹੁਣ ਦੇਖਦੇ ਕੀ ਕਰਦੀ ਹੈ। ਜੀ। ਤੁਸੀਂ ਹੁਣੇ ਆਖਿਆ ਕਿ ਹਲੇ ਜਿਹੜੇ ਪੰਜਾਬ ਦੇ ਮੌਜੂਦਾ ਜਿਹੜੇ ਸਵਾਲ ਹੈ ਉਹ ਖੜੇ ਵੀ ਨਹੀਂ ਕੀਤੇ ਜਾ ਰਹੇ, ਉਹਨਾਂ ਨੂੰ ਐਡਰੈਸ ਵੀ ਨਹੀਂ ਕੀਤਾ ਜਾ ਰਿਹਾ। ਤਾਂ ਸਿੱਖਿਆ ਅਧਿਆਏ ਦੇ ਵਿੱਚ ਤੁਸੀਂ ਉਸ ਦੇ ਅੰਤਰਗਤ ਜ਼ਰੂਰ ਜਿਹੜੇ ਸਾਡੇ ਬੱਚੇ ਬਾਹਰ ਜਾ ਕੇ ਪੜ੍ਹ ਰਹੇ ਨੇ ਉਹਦੀ ਗੱਲ ਕਰ ਰਹੇ ਹੈਗੇ ਹੋ। ਸਾਡੀ ਕਿੰਨੀ ਇਕੋਨਮੀ ਬਾਹਰ ਜਾ ਰਹੀ ਹੈ, ਸਾਡਾ ਕਿੰਨਾ ਜੀਨੀਅਸ ਮਾਈਂਡ ਬਾਹਰ ਜਾ ਰਿਹਾ ਹੈਗਾ, ਸਾਡੀ ਇੱਕ ਤਰ੍ਹਾਂ ਖਾਸ ਏਜ ਗਰੁੱਪ ਬਾਹਰ ਜਾ ਰਿਹਾ, ਜਿਹੜੀ ਵੱਡੀ ਗੱਲ ਹੈ। ਤਾਂ ਮੈਨੂੰ ਇਉਂ ਲੱਗਦਾ ਕਿ ਪ੍ਰਵਾਸ ਹੁਣ ਪੰਜਾਬ ਦਾ ਵੱਡਾ ਅਧਿਆਇ ਹੈ ਤੇ ਇਹਦੇ ਉੱਤੇ ਇੱਕ ਅਲੱਗ ਅਧਿਆਇ ਵੀ ਹੋ ਸਕਦਾ ਹੈਗਾ। ਤੇ ਬਿਲਕੁਲ ਦੇਖੋ, ਮੇਰਾ ਮੰਨਣਾ ਹੈਗਾ ਕਿ ਜਿਹੜੀਆਂ ਚੀਜ਼ਾਂ ਮੈਨੂੰ ਸਾਹਮਣੇ ਦਿਸੀਆਂ ਮੈਂ ਉਹ ਡਾਕੂਮੈਂਟ ਕੀਤੀਆਂ। ਪਰ ਕੋਈ ਵੀ ਰੀਡਰ ਹੋਵੇ, ਇਹ ਜ਼ਰੂਰੀ ਨਹੀਂ ਹੈ ਕਿ ਉਹ 16 ਅਧਿਆਏ ਜਿਹੜੇ ਹੈਗੇ ਨੇ ਉਹਨਾਂ ਨਾਲ ਸਹਿਮਤੀ ਰੱਖੇ। ਉਹਨੂੰ ਲੱਗ ਸਕਦਾ ਕਿ ਯਾਰ ਮੇਰੇ ਵਾਸਤੇ 3 ਇਸ਼ੂਜ਼ ਹੋਰ ਹੈਗੇ ਨੇ ਜਿਹੜੇ ਆਏ ਨਹੀਂ ਹੈਗੇ ਇਹਦੇ ਵਿੱਚ। ਹੁਣ ਔਰਤਾਂ ਨੂੰ ਲੱਗੇ ਖਾਸ ਕਰਕੇ ਔਰਤ ਦੇ ਉੱਤੇ ਚੈਪਟਰ ਕਿਉਂ ਨਹੀਂ ਹੈਗਾ, ਇੱਕ ਸਵਾਲ ਹੈਗਾ ਇਹਦੇ ਵਿੱਚ। ਉਹਦੀ ਵੀ ਮੈਂ ਗੱਲ ਕੀਤੀ ਹੈ ਕਿ ਮਰਦ ਹੁੰਦੇ ਮੈਨੂੰ ਆਪਣੀ ਲਿਮਿਟੇਸ਼ਨ ਸਮਝ ਆ ਰਹੀ ਸੀ ਕਿ ਮੈਂ ਅੱਧੀ ਸੁਸਾਇਟੀ ਨਾਲ ਤਾਂ ਗੱਲ ਹੀ ਨਹੀਂ ਕਰ ਸਕਦਾ। ਇਹ ਵੀ ਪਿੱਤਰ ਸੱਤਾ ਜਿਹੜੀ ਪੰਜਾਬ ਦੀ ਹੈਗੀ ਹੈ ਇੰਨੀ ਹੈਗੀ ਹੈ ਕਿ ਇਹ ਫ੍ਰੀ ਮਿਲਣਾ, ਗੱਲ ਕਰਨਾ ਇਹ ਵੀ ਬਹੁਤ ਮੁਸ਼ਕਿਲ ਹੋ ਜਾਂਦਾ। ਹਾਲਾਂਕਿ ਮੈਂ ਤੁਹਾਡੀ ਸੀਨੀਅਰ ਨੂੰ ਲੈ ਕੇ ਗਿਆ ਵੀ ਸੀਗਾ ਇੱਕ ਵਾਰੀ ਕਿ ਚਲੋ ਆਪਾਂ ਹੁਣ ਲੱਭ ਕੇ ਆਈਏ, ਫਿਰ ਵੀ ਨਹੀਂ ਪਤਾ ਲੱਗਦਾ ਨਾ। ਤੇ ਮੇਰਾ ਤਾਂ ਇਹ ਮੰਨਣਾ ਹੈਗਾ ਕਿ ਕਿਸੇ ਨੂੰ ਵੀ ਮੇਰੇ ਸਾਰੀ ਕਿਤਾਬ ਨਾਲ ਸਹਿਮਤੀ ਹੋਣੀ ਕੋਈ ਜ਼ਰੂਰੀ ਹੈ ਹੀ ਨਹੀਂ। ਉਹਨਾਂ ਨੂੰ ਲੱਗ ਸਕਦਾ ਕਿ ਸਾਡੇ 4 ਮੁੱਦੇ ਨੇ, ਆਹ 4 ਮੁੱਦੇ ਕੱਢ ਕੇ ਉਹ ਪਾ ਦਿਓ, ਜ਼ਰੂਰ ਪਾਓ, ਪਰ ਗੱਲਬਾਤ ਕਰਨੀ ਤਾਂ ਸ਼ੁਰੂ ਕਰੋ। ਮੈਨੂੰ ਤਾਂ ਸਭ ਤੋਂ ਵੱਡਾ ਮੇਰਾ ਇੱਕ ਰਾਈਟਰ ਦਾ ਕੀ ਕੰਮ ਹੁੰਦਾ ਹੈ ਕਿ ਆਹ ਲਿਖਦਾ ਜੀ ਦੇਤਾ ਤੁਹਾਨੂੰ, ਹੁਣ ਤੁਸੀਂ ਸ਼ੁਰੂ ਤਾਂ ਕਰ ਸਕਦੇ ਹੋ ਕਿਸੇ ਗੱਲ ਨੂੰ। ਕਿਸੇ ਲੈਵਲ ਤੇ ਤਾਂ ਇੱਕ ਪਲੇਟਫਾਰਮ ਤੁਹਾਨੂੰ ਮਿਲਿਆ ਹੈਗਾ। ਆਹੀ ਇੱਛਾ ਸੀਗੀ ਮੇਰੀ। ਤੇ ਉਹ ਹੁਣ ਜਿਵੇਂ ਆਪਾਂ ਹੁਣ ਗੱਲਬਾਤ ਕਰ ਰਹੇ, ਪਰ ਜਿਵੇਂ ਹੁਣ ਮੈਂ ਸੁਣਦਾ ਰਹਿੰਦਾ ਲੋਕਾਂ ਤੋਂ ਜਾਂ ਫੇਸਬੁੱਕ ਤੇ ਦੇਖ ਲੈਂਦਾ, ਤੇ ਮੈਨੂੰ ਲੱਗਦਾ ਕਿ ਚਲੋ ਆਪਣਾ ਕੰਮ ਪੰਜਾਬ ਨੂੰ ਜਿਹੜਾ ਮੈਂ ਅਦਾ ਕਰਨਾ ਸੀਗਾ ਉਹ ਮੈਂ ਸ਼ਾਇਦ ਥੋੜਾ ਜਿਹਾ ਕੁਝ ਅਦਾ ਕਰ ਸਕਿਆ। ਜੀ। ਮੈਨੂੰ ਇਹ ਲੱਗਦਾ ਵੀ ਪੰਜਾਬ ਆਪਦੇ ਖੁਸਰੇ ਨਾਇਕਤਵ ਦੀ ਲੜਾਈ ਵੀ ਲੜ ਰਿਹਾ ਇਹਨਾਂ ਦਿਨਾਂ ਦੇ ਵਿੱਚ। ਤੇ ਇਹ ਜਿਹੜੀ ਗੱਲ ਹੈਗੀ ਆ ਉਹ ਜ਼ਾਰਾ ਰੂਪ ਦੇ ਵਿੱਚ ਤਾਂ ਨਹੀਂ ਭਾਵੇਂ ਆਈ ਹੈਗੀ, ਪਰ ਕਿਤੇ ਗੈਰ ਹਾਜ਼ਰ ਵੀ ਨਹੀਂ ਦਿਸੀ ਕਿ ਪੰਜਾਬ ਦਾ ਖੁੱਸਿਆ ਕੀ ਹੈ। ਤੇ ਪੰਜਾਬ ਅੱਜ ਕੱਲ ਕਰਵਟ ਵੀ ਲੈ ਰਿਹਾ। ਤੇ ਮੈਨੂੰ ਇਹ ਲੱਗਦਾ ਵੀ ਪੰਜਾਬ ਹੁਣ ਖੁਦ ਇਹ ਮਹਿਸੂਸ ਕਰਦਾ ਹੈ ਵੀ ਉਹ ਕਿਤੇ ਨਾ ਕਿਤੇ ਆਪਦੇ ਨਾਇਕਤਵ ਨੂੰ ਦੁਬਾਰਾ ਘੜਨ ਦੀ ਜਿਹੜੀ ਲੋੜ ਹੈ ਉਹਨੂੰ ਮਹਿਸੂਸ ਕਰ ਰਿਹਾ। ਪਿਛਲੇ ਜੇ ਆਪਾਂ 1-1.5 ਸਾਲ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਹੈ ਕਰ ਰਿਹਾ ਨਹੀਂ, ਕੀਤਾ, ਦਿਖਾਇਆ, ਪ੍ਰਤੱਖ ਹੋਇਆ ਸਾਰਿਆਂ ਸਾਹਮਣੇ। ਪਰ ਜਿੰਨਾ ਸਾਡਾ ਸੰਘਰਸ਼ ਸੀਗਾ, ਜਿੰਨੀ ਵੱਡੀ ਸਾਡੀ ਜਿੱਤ ਸੀਗੀ, ਸਾਨੂੰ ਲੋੜ ਸੀ ਕਿ ਅਸੀਂ ਉਸ ਨੂੰ ਸੰਭਾਲ ਕੇ ਵੀ ਰੱਖਦੇ। ਆਪਾਂ ਉਹ ਨਹੀਂ ਕਰ ਸਕੇ। ਉਹ ਵੀ ਇੱਕ ਸਿੱਖਣਾ ਹੀ ਹੁੰਦਾ। ਪਰ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਯੂਥ ਜਿਹੜਾ ਹੈਗਾ, ਜਿਹੜਾ ਬਾਹਰ ਜਾ ਰਿਹਾ ਹੈਗਾ, ਜਿਹੜਾ ਕਰੀਬ 40 ਲੱਖ ਯੂਥ ਅਨਐਮਪਲੋਇਡ ਬੈਠਾ ਹੈ, ਉਹ ਕੀ ਕਰੇ, ਕਿੱਥੇ ਜਾਵੇ। ਤੇ ਮੈਨੂੰ ਲੱਗਦਾ ਹੁਣ ਵੀ ਜਿਵੇਂ ਰਵਾਇਤੀ ਪਾਰਟੀਆਂ ਦਾ ਸਫਾਇਆ ਹੋ ਗਿਆ,
ਇਹ ਨਹੀਂ ਤੁਸੀਂ ਕਹਿ ਸਕਦੇ ਕਿ ਦੇਖੋ ਇਹ ਮੈਂ ਦੇਖ ਵੀ ਰਿਹਾ ਹੈਗਾ, ਇਹ ਮੇਰਾ ਖਿਆਲ ਕਿਸਾਨੀ ਅੰਦੋਲਨ ਦਾ ਵੀ ਇੱਕ ਉਹ ਹੈਗਾ ਕਿ ਅਸੀਂ ਬੜੇ ਸੁਚੇਤ ਹੋ ਗਏ, ਸਾਡੇ ਆਮ ਲੋਕੀ ਬੜੇ ਸੁਚੇਤ ਹੋ ਗਏ। ਤੇ ਐ ਨਹੀਂ ਕਿ ਕਿਸੇ ਗਵਰਨਮੈਂਟ ਨੂੰ ਇਲੈਕਟ ਕਰਕੇ ਹਾਂ ਹੁਣ ਛੱਡਤਾ 5 ਸਾਲਾਂ ਵਾਸਤੇ, ਜਿਵੇਂ ਪਿਛਲੀ ਵਾਰੀ ਕਾਂਗਰਸ ਨੂੰ ਛੱਡਿਆ ਹੋਇਆ ਸੀਗਾ। ਹੁਣ ਡੇਲੀ ਨਿਗਾਹ ਰੱਖਦੇ ਆ ਆਪਾਂ ਕੀ ਕਰ ਰਹੇ ਨੇ, ਇਹਨਾਂ ਦੀ ਕਰਤੂਤਾਂ ਕੀ ਨੇ, ਜਵਾਬ ਤੇ ਦੀ ਹਾਂ ਇਹ ਬਹੁਤ ਚੰਗੀ ਗੱਲ ਹੈ। ਇਹ ਪੋਲੀਟੀਕਲ ਕੌਨਸ਼ੀਅਸਨੈਸ ਪੰਜਾਬ ਦੀ ਡਿਵੈਲਪ ਹੋਣੀ ਬਹੁਤ ਚੰਗੀ ਗੱਲ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਪਹਿਲਾਂ ਨਹੀਂ ਸੀਗੀ, ਜਿਹੜੇ ਬੇਬੇ ਬਾਪੂਆਂ ਨੇ, ਜਿਹੜੇ ਯੂਥ ਨੇ, ਜਿਨ੍ਹਾਂ ਨੇ ਸੰਘਰਸ਼ ਚਲਾਇਆ ਉਹਨਾਂ ਨੂੰ ਸੀਗੀ ਇਹ, ਪਰ ਹੁਣ ਹੋਰ ਜ਼ਿਆਦਾ ਫੈਲ ਗਈ ਹੈ। ਪਰ ਫਿਰ ਵੀ ਸਾਡੇ ਕੋਲ ਇੱਕ ਤਾਂ ਮੈਨੂੰ ਲੱਗਦਾ ਬਹੁਤ ਅਹਿਮ ਕਿ ਕੋਈ ਜੇ ਆਪ ਨੇ ਕਾਂਗਰਸ ਨੂੰ ਰਿਪਲੇਸ ਕਰਤਾ ਜੇ, ਤਾਂ ਫਿਰ ਸਾਨੂੰ ਅਕਾਲੀਆਂ ਨੂੰ ਰਿਪਲੇਸ ਕਰਨ ਵਾਲਾ ਕੋਈ ਹਜੇ ਬਣਿਆ ਨਹੀਂ, ਤੇ ਉਹ ਹੋਣਾ ਬਹੁਤ ਜ਼ਰੂਰੀ ਹੈ। ਪੰਜਾਬ ਦੀ ਜਿਹੜੀ ਖਾਸ ਜੀਓਗ੍ਰਾਫੀ ਹੈ, ਜਿਹੜੇ ਦੇ ਖਾਸ ਇਸ਼ੂਜ਼ ਨੇ, ਉਹਨਾਂ ਵਾਸਤੇ ਸਾਨੂੰ ਇੱਕ ਲੋਕਲ ਰੀਜਨਲ ਪਾਰਟੀ ਹੋਣੀ ਜ਼ਰੂਰੀ ਹੈ। ਜਿਵੇਂ ਫੋਰ ਐਗਜ਼ਾਮਪਲ ਤਾਮਿਲਨਾਡੂ ਵਿੱਚ ਹੈਗੀ ਹੈ DMK ਤੇ AIDMK ਹੈਗੀ ਹੈ, ਬੰਗਾਲ ਵਿੱਚ ਹੈਗੀ ਹੈ TMC ਜਿਹੜੀ ਉਹ ਲੋਕਲ ਪਾਰਟੀ ਹੈਗੀ ਹੈ, ਆਂਧਰਾ ਤੇਲੰਗਾਨਾ ਵਿੱਚ ਹੈਗੀ ਹੈ। ਐਂ ਹੀ ਪੰਜਾਬ 'ਚ ਵੀ ਬਣਨੀ ਚਾਹੀਦੀ ਮੇਰਾ ਖਿਆਲ ਹੈ। ਪਰ ਇਹਨਾਂ ਮੁੱਦਿਆਂ ਤੇ ਬਣਨੀ ਚਾਹੀਦੀ ਹੈ, ਜਿਹੜਾ ਪਲਾਇਨ ਹੋ ਰਿਹਾ ਯੂਥ ਦਾ, ਜਿਹੜਾ ਸਾਡਾ ਨੇਚਰ ਨੂੰ ਅਸੀਂ ਡਿਸਟਰੋਏ ਕਰਤਾ ਹੈਗਾ, ਜਿਹੜਾ ਸਾਡੇ ਖੇਤੀਬਾੜੀ ਦੇ ਤੰਤਰ ਨੂੰ ਚੇਂਜ ਕਰਨ ਦੀ ਲੋੜ ਹੈਗੀ ਹੈ। ਇਹ ਮੁੱਦਿਆਂ ਨੂੰ ਉੱਠ ਕੇ ਆਉਣ ਦੀ ਬਹੁਤ ਜ਼ਰੂਰਤ ਹੈਗੀ ਹੈ ਤਾਂ ਕਿ ਸਾਨੂੰ ਨਿਜਾਤ ਮਿਲੇ ਸਾਡੀ ਜਿਹੜੀ ਬਿਮਾਰੀਆਂ ਹੈਗੀਆਂ। ਨਹੀਂ ਤਾਂ ਆਪਾਂ ਇਸੇ ਵਿੱਚ ਹੀ ਦਲਦਲ 'ਚ ਹੀ ਫਸੇ ਹੋਏ ਤੇ ਬਹੁਤ ਚਿਰ ਹੋ ਗਿਆ ਸਾਨੂੰ ਉੱਥੇ ਫਸੇ। ਤੇ ਹੁਣੇ ਆਪਣੀ ਗੱਲ ਹੋਈ ਕਿ ਹਲੇ ਜਿਹੜਾ ਹੈਗਾ ਔਰਤਾਂ ਵੀ ਆਖ ਸਕਦੀਆਂ ਨੇ ਕਿ ਇੱਕ ਜਿਹੜਾ ਉਸ ਤਰ੍ਹਾਂ ਦਾ ਚੈਪਟਰ ਨਹੀਂ ਆ ਰਿਹਾ, ਪਰ ਮੈਨੂੰ ਇਹ ਲੱਗਦਾ ਵੀ ਕਿਸਾਨ ਅੰਦੋਲਨ ਨੇ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਉੱਥੇ ਸਾਨੂੰ ਪ੍ਰੈਕਟਿਸ ਕਰਨ ਦਾ ਮੌਕਾ ਦਿੱਤਾ, ਜਿਹੜਾ ਪੰਜਾਬ ਦੇ ਵਿੱਚ ਨਹੀਂ ਸੀ ਹੋ ਰਿਹਾ। ਪਰ ਕੀ ਜਿਵੇਂ ਪੰਜਾਬ ਆਪਦੀਆਂ ਇੱਥੋਂ ਦੀਆਂ ਰਵਾਇਤਾਂ ਸਮੇਤ ਉੱਥੇ ਪਹੁੰਚਿਆ ਸੀਗਾ ਦਿੱਲੀ ਦੇ ਬਾਰਡਰਾਂ ਤੇ, ਪਰ ਦਿੱਲੀ ਦੇ ਬਾਰਡਰ ਤੇ ਜਿਹੜੀ ਉਹਦੀ ਵਰਕਸ਼ਾਪ ਹੋਈ ਆ, ਉੱਥੋਂ ਦੀਆਂ ਸਾਰੀਆਂ ਰਵਾਇਤਾਂ ਅਸੀਂ ਕਿਉਂ ਨਹੀਂ ਮੁੜ ਇੱਥੇ ਲੈ ਕੇ ਆਏ? ਜਾਂ ਸਾਡੀ ਵਰਕਸ਼ਾਪ ਘੱਟ ਸਮੇਂ ਦੀ ਹੋਈ ਸੀ, ਜਾਂ ਸਾਡੀ ਜਿਹੜੀ ਇੱਥੇ ਜਿਹੜੀਆਂ ਸਾਡੀਆਂ ਰਹੀਆਂ ਹੈਗੀਆਂ, ਸਾਡਾ ਜਿਉਣਾ ਰਿਹਾ ਹੈ ਪੰਜਾਬ ਦੇ ਵਿੱਚ, ਉਹ ਸ਼ਾਇਦ ਅਸੀਂ ਲੰਮੇ ਸਮੇਂ ਤੋਂ ਪ੍ਰੈਕਟਿਸ ਕਰ ਰਹੇ ਹਾਂ ਤੇ ਤਾਂ ਕਰਕੇ ਉਹ ਜਿਹੜੀ ਟੁੱਟੀ ਨਹੀਂ ਹੈ ਚੀਜ਼, ਇੱਥੇ ਆ ਕੇ ਮੁੜ ਉਸੇ ਤਰ੍ਹਾਂ ਜਿਹੜਾ ਹੈਗਾ ਪੰਜਾਬ ਦਿਸਿਆ। ਮੇਰਾ ਖਿਆਲ ਹੈ ਟੁੱਟੀ ਹੈਗੀ ਹੈ, ਮੇਰਾ ਖਿਆਲ ਹੈ ਚੇਂਜ ਆਈ ਹੈ ਨਾ, ਉਨੀ ਜ਼ਿਆਦਾ ਲੈਵਲ ਤੇ ਨਹੀਂ ਆਈ ਕਿਉਂਕਿ ਆਹੀ ਪਿੱਤਰ ਸੱਤਾ ਇੱਥੇ ਇੰਨੇ ਹਜ਼ਾਰਾਂ ਸਾਲ ਪੁਰਾਣੀ ਹੈ ਤੇ ਇਹ ਚੇਂਜ ਦਿਸਣੀ, ਇਹਦਾ ਸਪਸ਼ਟ ਹੋਣਾ ਹਜੇ ਟਾਈਮ ਲੱਗੂਗਾ। ਪਰ ਮੇਰਾ ਖਿਆਲ ਚੇਂਜ ਆਉਣੀ ਸ਼ੁਰੂ ਹੋਈ ਹੈ ਉੱਥੇ ਜਦੋਂ ਔਰਤਾਂ ਸੀਗੀਆਂ। ਤੇ ਮੈਨੂੰ ਨਹੀਂ ਲੱਗਦਾ ਉਹ ਸਮਾਂ ਘੱਟ ਸੀਗਾ, ਵਰਕਸ਼ਾਪ ਘੱਟ ਹੋਈ ਹੈ, ਆਪਣੇ 733 ਲੋਕ ਪੂਰੇ ਹੋ ਗਏ ਉਹਦੇ ਵਿੱਚ, ਸ਼ਹੀਦ ਹੋ ਗਏ। ਤੇ ਇੱਕ ਆ ਵੀ ਦਿਸਿਆ ਨਾ ਸਾਨੂੰ ਬੜੀ ਕਲੀਅਰਲੀ ਕਿ ਇੱਕ ਤਾਂ ਸਾਡੀ ਲੜਾਈ ਹੁਕਮਰਾਨਾਂ ਨਾਲ ਸੀਗੀ, ਪਰ ਇੱਕ ਸਾਡੀ ਪਹੁੰਚ ਇੰਡੀਆ ਦੇ ਅਰਬਨ ਮਿਡਲ ਕਲਾਸ ਨੂੰ ਸੀਗੀ, ਜਿਹੜਾ ਨਹੀਂ ਉੱਠ ਕੇ ਆਇਆ। 1.25 ਸਾਲ ਉੱਥੇ ਰਹਿਣ ਤੋਂ ਬਾਅਦ ਵੀ ਇਹ ਨਹੀਂ ਉੱਠ ਕੇ ਆਇਆ, ਮਿਡਲ ਕਲਾਸ ਨਹੀਂ ਉੱਠ ਕੇ ਆਇਆ। ਅੱਜ ਹੁਣ ਸਟ੍ਰਾਈਕ ਚੱਲ ਰਹੀ ਹੈ ਇੱਕ ਵੱਡੀ, ਹੁਣੇ ਹੀ ਰਿਪੋਰਟ ਆਪ ਬ੍ਰੇਕ ਵਿੱਚ ਪੜ੍ਹ ਰਿਹਾ ਸੀਗਾ ਕਿ ਹਾਂ ਜੀ ਹੁੰਗਾਰਾ ਮਿਲ ਰਿਹਾ, ਚੰਗਾ ਹੁੰਗਾਰਾ ਮਿਲ ਰਿਹਾ। ਪਰ ਮੈਨੂੰ ਲੱਗਦਾ ਕਿ ਜਿਹੜਾ ਇੱਕ ਗੋਲਡਨ ਓਪਰਚੁਨਿਟੀ ਸੀਗੀ ਸਾਨੂੰ, ਤੇ ਜੇ ਅਸੀਂ ਅੰਦੋਲਨ ਜਦੋਂ ਸਸਪੈਂਡ ਕੀਤਾ ਜਾਂਦਾ ਉਸ ਤੋਂ ਬਾਅਦ ਜੇ ਅਸੀਂ ਆਹ ਰੁਖ ਨਾ ਕਰਦੇ ਕਿ ਪੰਜਾਬ ਨੂੰ ਸਵਾਰਾਂਗੇ, ਪਰ ਆਹ ਰੁਖ ਕਰਦੇ ਕਿ ਦੇਸ਼ ਦੇ ਜਿੰਨੇ ਮਾੜੇ ਹਾਲ ਲੋਕ ਨੇ, ਸਾਡੇ ਦਲਿਤ ਨੇ, ਔਰਤਾਂ ਨੇ, ਸਾਡੇ ਆਦੀਵਾਸੀਜ਼ ਨੇ, ਸਾਡੇ ਲੇਬਰਸ ਨੇ, ਇਹਨਾਂ ਨੂੰ ਆਪਾਂ ਜੋੜ ਕੇ ਇਹਨਾਂ ਨੂੰ ਜਿੱਥੇ ਜਿੱਥੇ ਹੈਗੇ ਨੇ ਉੱਥੇ ਖੜੇ ਹੋਣ ਹਿੰਦੂਤਵਾ ਦੇ ਖਿਲਾਫ, ਤਾਂ ਇਸ ਪ੍ਰੋਟੈਸਟ ਦਾ ਇੱਕ ਅਸਲੀ ਨਿਸ਼ਕਰਸ਼ ਨਿਕਲ ਸਕਦਾ ਸੀ। ਇਹ ਹਾਲਤ ਹੀ ਬਦਲ ਦਿੰਦਾ ਇਸ ਕੰਟਰੀ ਦੀ, ਪਰ ਉਹ ਹੋਇਆ ਨਹੀਂ। 3 ਮਹੀਨਿਆਂ ਵਿੱਚ ਇਹਨਾਂ ਨੇ ਸਾਰਾ ਭੰਗ ਕਰਤਾ, ਦੁਬਾਰਾ ਜਿੱਤ ਗਏ ਇਲੈਕਸ਼ਨ ਤੇ। ਇਹ ਬਹੁਤ ਲੰਬੀ ਲੜਾਈ ਸ਼ੁਰੂ ਹੋਈ ਹੈ ਹੁਣ ਹਿੰਦੁਸਤਾਨ ਦੀ, ਪਰ ਪੰਜਾਬ ਦੀ ਲੜਾਈ ਇਸ ਤੋਂ ਥੋੜੀ ਜਿਹੀ ਵੱਖ ਵੀ ਹੈਗੀ ਹੈ ਤੇ ਉਹ ਆਪਾਂ ਨੂੰ ਆਪਣੀ ਵੱਖਰੀ ਲੜਾਈ ਤੇ ਫੋਕਸ ਕਰਨਾ ਵੀ ਜ਼ਰੂਰੀ ਹੈ, ਮੈਨੂੰ ਲੱਗਦਾ ਜੀ। ਅਮਨਦੀਪ ਸੰਧੂ ਜੀ, ਬੜਾ ਧੰਨਵਾਦ ਤੁਹਾਡਾ, ਤੁਸੀਂ ਕਿਤਾਬ ਦੀ ਪੜ੍ਹਤ ਨੂੰ ਸੁਣਿਆ ਤੇ ਉਹਦੇ ਵਿੱਚ ਸ਼ਾਮਲ ਹੋਏ, ਔਰ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਕਿਤਾਬ ਦੇ ਜਿੰਨੇ ਵੀ ਅਨੁਵਾਦ ਦੇ ਹੋਰ ਨਵੇਂ ਐਡੀਸ਼ਨਸ ਆਉਣਗੇ ਉਹਦੇ ਵਿੱਚ ਸਾਨੂੰ ਹੋਰ ਚੀਜ਼ਾਂ ਜੁੜਦੀਆਂ ਵੀ ਮਿਲਣਗੀਆਂ ਤੇ ਸਾਡੀ ਜਿਹੜੀ ਰੀਡਰ ਦੀ ਪੜ੍ਹਤ ਆ ਉਹ ਵੀ ਉਹਦੇ ਵਿੱਚ ਜੁੜਦੀ ਜਾਊਗੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਬਹੁਤ ਬਹੁਤ। ਪਰ ਮੈਂ ਇੱਕ ਗੱਲ ਛੋਟੀ ਜੀ ਕਿ ਨਵੀਆਂ ਕਿਤਾਬਾਂ ਦੀ ਉਮੀਦ ਕਰੋ,
ਉਸੇ ਕਿਤਾਬ ਨੂੰ ਹੋਰ ਬਣਾਉਣਾ ਮੈਂ ਵੀ ਥੱਕ ਜਾਂਦਾ ਕਦੇ ਕਦੇ। ਮਿਹਰਬਾਨੀ ਜੀ ਬਹੁਤ। ਹਾਂਜੀ, ਧੰਨਵਾਦ। ਧੰਨਵਾਦ।